एक ਤਾਂ ਉਹਨਾਂ ਸਿੱਖਾਂ ਦਾ ਘਾਣ ਹੋ ਰਿਹਾ, ਉਹਨਾਂ ਸਿੱਖਾਂ ਨੂੰ ਮਾਰਿਆ ਜਾ ਰਿਹਾ, ਕਤਲ ਕੀਤਾ ਜਾ ਰਿਹਾ, ਉਹਨਾਂ ਸਿੱਖਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾ ਕੇ ਦਹਿਸ਼ਤਗਰਦ ਕਹਿ ਕੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ। ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹੋਣ ਤੇ ਜਿਨ੍ਹਾਂ ਨੂੰ ਹਿੰਦੂ ਸਾਮਰਾਜ ਦੇ ਏਜੰਟ ਇਹ ਸਮਝਦੇ ਆ ਕਿ ਜੇ ਇਹ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਸਿੱਖ ਕਾਮਯਾਬ ਹੋ ਗਏ ਤਾਂ ਫਿਰ ਜਿਹੜਾ ਸਾਡਾ ਏਜੰਡਾ ਹਿੰਦੂ ਸਾਮਰਾਜ ਦੀ ਚੜ੍ਹਤ, ਹਿੰਦੂ ਰਾਸ਼ਟਰ ਬਣਾਉਣ ਦੀ ਇੱਛਾ, ਉਹ ਪੂਰਾ ਨਹੀਂ ਹੋਣਾ। ਵਾਹਿਗੁਰੂ ਜੀ ਕੀ ਫਤਿਹ। ਕਈ ਦਿਨਾਂ ਬਾਅਦ ਇਸ ਤਰੀਕੇ ਨਾਲ ਫੇਸਬੁੱਕ 'ਤੇ ਸੰਗਤਾਂ ਦੇ ਨਾਲ ਲਾਈਵ ਦੇ ਵਿੱਚ ਦੁਬਾਰਾ ਜੁੜਨ ਦਾ ਮੌਕਾ ਕਈ ਦਿਨਾਂ ਬਾਅਦ ਦੁਬਾਰਾ ਮਿਲਿਆ ਵਾ। ਉਹਦੇ ਕੀ ਕਾਰਨ ਨੇ ਜਾਂ ਸੰਗਤਾਂ ਦੇ ਨਾਲ ਰੂਬਰੂ ਕਿਉਂ ਨਹੀਂ ਹੋ ਪਾ ਰਿਹਾ, ਇਹਦੇ ਬਾਰੇ ਤੇ ਕੁਝ ਹੋਰ ਗੱਲਾਂ ਬਾਰੇ ਅੱਜ ਚਰਚਾ ਕਰਨੀ ਆ। ਉਹ ਜਿਹੜੇ ਭੈਣ ਭਰਾ ਇਸ ਮੌਕੇ ਲਾਈਵ ਦੇ ਵਿੱਚ ਜੁੜਨਗੇ ਜਾਂ ਜਿਨ੍ਹਾਂ ਨੇ ਬਾਅਦ ਵਿੱਚ ਇਹਨਾਂ ਵਿਚਾਰਾਂ ਨੂੰ ਸੁਣਨਾ ਹੈ, ਉਹਨਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਆਪਣੀ ਕੌਮ ਦਾ ਹਾਲ ਜਿਹੜਾ ਹੈ ਉਹ ਕੋਈ ਬਹੁਤਾ ਵਧੀਆ ਨਹੀਂ, ਪਰ ਪਿਛਲੀਆਂ 5-6 ਸਦੀਆਂ ਵਿੱਚ ਸੁੱਖ ਦਾ ਸਾਹ ਸ਼ਾਇਦ ਹੀ ਕਿਤੇ ਆਪਾਂ ਨੂੰ ਆਇਆ ਹੋਵੇ। ਨੇਕੀ ਅਤੇ ਬਦੀ ਦੀ ਜਿਹੜੀ ਜੰਗ ਚੱਲ ਰਹੀ ਆ, ਜਿਹੜੀ ਸੱਚ ਅਤੇ ਝੂਠ ਦੀ ਜੰਗ ਚੱਲ ਰਹੀ ਆ, ਇਹਦੇ ਵਿੱਚ ਅੱਡ-ਅੱਡ ਮੌਕਿਆਂ ਉੱਤੇ ਅੱਡ-ਅੱਡ ਚਿਹਰੇ, ਅੱਡ-ਅੱਡ ਹਕੂਮਤਾਂ ਜਿਹੜੀਆਂ ਨੇ ਉਹ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਬਣ ਕੇ ਉੱਭਰਦੀਆਂ ਰਹੀਆਂ ਨੇ। ਮੁਗਲਾਂ ਪਠਾਣਾਂ ਨੇ ਵੀ ਜ਼ੋਰ ਲਾਇਆ, ਅੰਗਰੇਜ਼ ਹਕੂਮਤ ਨੇ ਵੀ ਜ਼ੋਰ ਲਾਇਆ ਤੇ 1947 ਤੋਂ ਜਿਨ੍ਹਾਂ ਲੋਕਾਂ ਦੇ ਕੋਲੇ ਸੱਤਾ ਆਈ ਆ, ਹੁਣ ਇਹ ਚਿੰਬੜੇ ਹੋਏ ਨੇ ਕਿ ਅਸੀਂ ਸਿੱਖਾਂ ਨੂੰ ਅਕਲ ਟਿਕਾਣੇ ਲਿਆ ਦਿਆਂਗੇ, ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਡੇਗ ਕੇ ਉਹਨਾਂ ਨੂੰ ਧਾਰਮਿਕ ਤੌਰ ਦੇ ਉੱਤੇ ਹੋਂਦ ਹਸਤੀ ਮਿਟਾ ਦਿਆਂਗੇ। ਤੇ ਇਹ ਜਿਹੜੀ ਜਿੱਦ ਵਾ ਇਹ ਬਾਕੀਆਂ ਨਾਲੋਂ ਵੱਖਰੀ ਹੈ। ਜਦੋਂ ਅੰਗਰੇਜ਼ ਜਾਂ ਮੁਗਲ ਜਾਂ ਪਠਾਨ ਸਿੱਖੀ ਅਤੇ ਸਿੱਖਾਂ ਦੇ ਉੱਤੇ ਅਟੈਕ ਕਰਦੇ ਸੀ, ਉਦੋਂ ਉਹਨਾਂ ਦਾ ਮਕਸਦ ਸਿੱਖਾਂ ਦੀ ਸਰੀਰਕ ਨਸਲਕੁਸ਼ੀ ਜ਼ਿਆਦਾ ਹੁੰਦਾ ਸੀ, ਜਾਂ ਉਹ ਫੜੇ ਹੋਏ ਸਿੱਖਾਂ ਨੂੰ ਕਹਿੰਦੇ ਸੀ ਵੀ ਦੀਨ ਕਬੂਲ ਕਰ ਲਓ ਨਹੀਂ ਤੁਹਾਨੂੰ ਮਰਨਾ ਪਊਗਾ। ਤੇ ਸਿੱਖ ਉਸ ਮੌਕੇ ਦੀਨ ਕਬੂਲ ਕਰਨ ਦੀ ਬਜਾਏ ਮਰਨਾ ਮਨਜ਼ੂਰ ਕਰ ਲੈਂਦੇ ਸੀ। ਤੇ ਇਸ ਤਰੀਕੇ ਨਾਲ ਸਿੱਖਾਂ ਨੇ ਆਪਦੀਆਂ ਜਾਨਾਂ ਤਾਂ ਵਾਰ ਦਿੱਤੀਆਂ ਪਰ ਧਰਮ ਨਹੀਂ ਤਿਆਗਿਆ। ਹੁਣ ਜਿਹੜਾ ਹਿੰਦੂ ਸਾਮਰਾਜ ਆ ਇਹ ਬਹੁਤ ਜ਼ਿਆਦਾ ਸ਼ਾਤਰਤਾ ਦੇ ਨਾਲ ਸਿੱਖੀ ਅਤੇ ਸਿੱਖਾਂ ਦੇ ਪੇਸ਼ ਪਿਆ ਹੋਇਆ। ਇੱਕ ਤਾਂ ਉਹਨਾਂ ਸਿੱਖਾਂ ਦਾ ਘਾਣ ਹੋ ਰਿਹਾ, ਉਹਨਾਂ ਸਿੱਖਾਂ ਨੂੰ ਮਾਰਿਆ ਜਾ ਰਿਹਾ, ਕਤਲ ਕੀਤਾ ਜਾ ਰਿਹਾ, ਉਹਨਾਂ ਸਿੱਖਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾ ਕੇ ਦਹਿਸ਼ਤਗਰਦ ਕਹਿ ਕੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ। ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹੋਣ ਤੇ ਜਿਨ੍ਹਾਂ ਨੂੰ ਹਿੰਦੂ ਸਾਮਰਾਜ ਦੇ ਏਜੰਟ ਇਹ ਸਮਝਦੇ ਆ ਕਿ ਜੇ ਇਹ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਸਿੱਖ ਕਾਮਯਾਬ ਹੋ ਗਏ ਤਾਂ ਫਿਰ ਜਿਹੜਾ ਸਾਡਾ ਏਜੰਡਾ ਹਿੰਦੂ ਸਾਮਰਾਜ ਦੀ ਚੜ੍ਹਤ, ਹਿੰਦੂ ਰਾਸ਼ਟਰ ਬਣਾਉਣ ਦੀ ਇੱਛਾ, ਉਹ ਪੂਰਾ ਨਹੀਂ ਹੋਣਾ। ਸੋ ਇਸ ਏਜੰਡੇ ਦੀ ਪੂਰਤੀ ਲਈ ਉਹਨਾਂ ਨੇ ਸਿੱਧਾ ਜਿਹਾ ਕੰਮ ਫੜਿਆ ਹੋਇਆ ਕਿ ਹਰ ਉਹ ਵਿਅਕਤੀ, ਹਰ ਉਹ ਵਰਤਾਰਾ, ਹਰ ਉਹ ਧਿਰ
ਜਿਹੜੀ ਸਿੱਖੀ ਅਤੇ ਸਿੱਖਾਂ ਦੇ ਹੱਕ ਵਿੱਚ ਹੋਵੇ, ਜਿਹਦੇ ਨਾਲ ਸਿੱਖ ਆਪਦੇ ਧਰਮ ਵਿੱਚ ਪਰਪੱਕ ਹੁੰਦੇ ਹੋਣ, ਸਿੱਖਾਂ ਦੇ ਵਿੱਚ ਕੌਮੀਅਤ ਦੀ ਭਾਵਨਾ ਬੁਲੰਦ ਹੁੰਦੀ ਹੋਵੇ, ਸਿੱਖਾਂ ਦੇ ਆਪਦੀ ਬੋਲੀ ਨਾਲ ਪਿਆਰ ਜਾਗਦਾ ਹੋਵੇ, ਸਿੱਖਾਂ ਦਾ ਸੱਭਿਆਚਾਰ ਜਿਹੜਾ ਹੈ, ਸਿੱਖ ਸਿਵਲਾਈਜੇਸ਼ਨ, ਉਹ ਚੜ੍ਹਦੀਆਂ ਕਲਾਂ ਵੱਲ ਜਾਂਦੀ ਹੋਵੇ। ਹਰ ਉਸ ਵਿਅਕਤੀ ਨੂੰ, ਹਰ ਉਸ ਵਰਤਾਰੇ ਨੂੰ, ਹਰ ਉਸ ਸੰਸਥਾ ਨੂੰ ਨਿਸ਼ਾਨੇ ਉੱਤੇ ਲਿਆ ਜਾਂਦਾ। ਤੇ ਡੀਲ ਕਰਨ ਦੇ ਲਈ ਅੱਡ ਅੱਡ ਢੰਗ ਤਰੀਕੇ ਆ। ਕਈ ਸਾਡੀਆਂ ਸੰਸਥਾਵਾਂ ਨੂੰ ਉਹਨਾਂ ਨੇ ਆਪਦੇ ਏਜੰਟਾਂ ਦੇ ਰਾਹੀਂ, ਮਤਲਬ ਕਿ ਆਪਦੇ ਬੰਦੇ ਉੱਤੇ ਕਾਬਜ਼ ਕਰਵਾ ਦਿੱਤੇ, ਤੇ ਹੁਣ ਸੰਸਥਾਵਾਂ ਸਾਡੀਆਂ ਨੇ ਪਰ ਕੰਮ ਉੱਥੋਂ ਦੁਸ਼ਮਣ ਦਾ ਹੋ ਰਿਹਾ। ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਸੰਸਥਾ ਬਣਾਈ ਸੀ, ਜਿਹਨੇ ਸਿੱਖਾਂ ਦਾ ਹਿੰਦੂਕਰਨ ਕਰਨਾ ਸੀ। ਹੁਣ ਉਹ ਸੰਸਥਾ ਹੈਗੀ ਆ ਪਰ ਉਹਦੀ ਕੋਈ ਲੋੜ ਨਹੀਂ ਬਚੀ, ਕਿਉਂਕਿ ਜਿਹੜਾ ਕੰਮ RSS ਨੇ ਰਾਸ਼ਟਰੀ ਸਿੱਖ ਸੰਗਤ ਰਾਹੀਂ ਕਰਵਾਉਣਾ ਸੀ, ਉਹ ਕੰਮ ਹੁਣ ਸਾਰਾ ਜਿਹੜਾ ਹੈ ਉਹ ਕਰਾਉਣ ਦੇ ਲਈ ਸਾਡੀਆਂ ਸਿੱਖ ਸੰਸਥਾਵਾਂ ਦੀ ਵਰਤੋਂ ਕਰਨੀ ਉਹਨਾਂ ਨੂੰ ਸੌਖੀ ਲੱਗਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਇਹੋ ਜਿਹੀ ਮਹਾਨ ਸੰਸਥਾ ਹੈ। ਉਸ ਸੰਸਥਾ ਦੇ ਅਹੁਦੇਦਾਰਾਂ ਨੂੰ ਮਾੜਾ ਚੰਗਾ ਬੋਲਣਾ, ਉਸ ਸੰਸਥਾ ਦੇ ਬਾਰੇ ਅਪਸ਼ਬਦ ਵਰਤਣੇ, ਨਿੰਦਿਆ ਚੁਗਲੀ ਭੰਡੀ ਪ੍ਰਚਾਰ ਕਰਨਾ, ਇਹ ਕੋਈ ਬਿਮਾਰੀ ਦਾ ਹੱਲ ਨਹੀਂ ਹੈ। ਉਸ ਸੰਸਥਾ ਦੇ ਉੱਤੇ ਇਸ ਮੌਕੇ ਜਿਹੜੀ ਧਿਰ ਦਾ ਕਬਜ਼ਾ ਹੈ, ਉਹ ਧਿਰ ਇਹਨਾਂ ਅਹੁਦੇਦਾਰਾਂ ਅਤੇ ਇਹਨਾਂ ਇਸ ਸਾਰੇ ਸਿਸਟਮ ਤੋਂ ਉਹ ਕੰਮ ਕਰਵਾਉਂਦੀ ਹੈ, ਜਿਹਦੇ ਨਾਲ ਸਿੱਖਾਂ ਦੇ ਹਿੱਤ ਪੂਰੇ ਨਹੀਂ ਹੁੰਦੇ, ਉਲਟਾ ਜਿਹੜਾ ਹੈ ਉਹ ਸਿੱਖੀ ਦੇ ਦੁਸ਼ਮਣਾਂ ਦੇ ਹਿੱਤ ਪੂਰੇ ਹੁੰਦੇ ਆ। ਨਹੀਂ ਤਾਂ ਇਸ ਸੰਸਥਾ ਦੀ ਏਡੀ ਵੱਡੀ ਚੜ੍ਹਤ ਸਿੱਖਾਂ ਦੇ ਵਿੱਚ ਹੋਵੇ ਕਿ ਸਾਰਾ ਸੰਸਾਰ ਜਿਹੜਾ ਹੈ ਉਹ ਭਾਰਤ ਦੀ ਪਾਰਲੀਮੈਂਟ ਦੇ ਨਾਲੋਂ ਵੱਧ ਇਸ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈ ਰੋਹਬ ਕੌਰ ਜਿਹੜੀ ਆ ਉਹ ਮੰਨੇ। ਕਿੱਡੀ ਕੁ ਗੱਲ ਵਾ ਕਿ ਜਿਹੜੇ ਲੋਕ ਸਿੱਖੀ ਅਤੇ ਸਿੱਖਾਂ ਦੇ ਉਲਟ ਭਕਾਈ ਮਾਰਦੇ ਆ ਜਿਹੜਾ ਸੂਰੀ ਦਾ ਰੌਲਾ ਹੈ, ਜਾਂ ਇੱਕ ਹੋਰ ਆ ਮੋਟੂ ਜਿਹਾ ਨਿਸ਼ਾਂਤ ਸ਼ਰਮਾ, ਹੋਰ ਕਈ ਲੱਲੜ ਤਿੱਲੜ ਜੇ ਹੈਗੇ ਆ, ਇਹ ਦੂਜੇ ਇੱਕ ਦਿਨ ਉੱਠ ਕੇ ਸਿੱਖ ਧਰਮ ਦੇ ਖਿਲਾਫ ਬੇਹੱਦ ਨੀਚਤਾ ਭਰੇ ਬੋਲ ਕਬੋਲ ਬੋਲਦੇ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਭ ਤੋਂ ਸਾਡੀ ਸੁਪਰੀਮ ਬਾਡੀ ਆ, ਸਰਵ ਉੱਚ ਸੰਸਥਾ ਆ, ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੰਸਟੀਟਿਊਸ਼ਨ ਸਾਡੇ ਕੋਲ ਹੋਵੇ। ਹੋਣਾ ਤਾਂ ਇਹ ਚਾਹੀਦਾ ਕਿ ਸਭ ਤੋਂ ਪਹਿਲਾ ਤੇ ਵੱਡਾ ਜਿਹੜਾ ਨੋਟਿਸ ਆ ਉਹ ਸ਼੍ਰੋਮਣੀ ਕਮੇਟੀ ਲਵੇ। ਪਰ ਸਿੱਖਾਂ ਦੀਆਂ ਨੌਜਵਾਨ ਜਥੇਬੰਦੀਆਂ, ਆਮ ਗੁਰਸਿੱਖ ਪਿੱਟਦੇ ਫਿਰਦੇ ਆ, ਕਲਪਦੇ ਫਿਰਦੇ ਆ, ਪਰ ਸਿੱਖੀ ਦੇ ਵੈਰੀਆਂ ਦੇ ਖਿਲਾਫ ਦੋ ਲਫ਼ਜ਼ ਬੋਲਣ ਨੂੰ ਵੀ ਸ਼੍ਰੋਮਣੀ ਕਮੇਟੀ ਤਿਆਰ ਨਹੀਂ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੇਜ ਬਕਾਇਦਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ WhatsApp ਤੇ ਬਣਾਇਆ ਹੋਵੇ ਕਿ ਸਿੱਖੋ, ਦੁਨੀਆ ਭਰ ਦੇ ਵਿੱਚ ਕੋਈ ਵੀ ਸਿੱਖੀ ਅਤੇ ਸਿੱਖਾਂ ਦੇ ਉਲਟ ਜਾਂਦੀ ਚੀਜ਼ ਨੋਟ ਕਰੋ, ਸਾਨੂੰ ਇੱਥੇ ਉਹਦੇ ਬਾਰੇ ਫੁੱਲ ਡਿਟੇਲ ਲਿਖ ਕੇ ਦਿਓ, ਤਾਂ ਕਿ ਸਾਡਾ ਜਿਹੜਾ ਕਾਨੂੰਨੀ ਤੌਰ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਸਕੀਏ। ਹੋਣਾ ਤਾਂ ਇਹ ਚਾਹੀਦਾ। ਪਰ ਪਤਾ ਨਹੀਂ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦਾ ਇਹ ਫਰਜ਼ ਨਿਭਾਉਣ ਦੀ ਬਜਾਏ ਸਿੱਖਾਂ ਦੇ ਨੌਜਵਾਨ ਬੱਚੇ ਬੱਚੀਆਂ ਦੇ ਜਜ਼ਬਾਤ ਉੱਭੜ ਰਹੇ ਨੇ। ਜੇ ਕਿਸੇ ਬੱਚੇ ਨੇ ਜਜ਼ਬਾਤ ਵਿੱਚ ਆ ਕੇ ਕੋਈ ਸਟੈਪ ਚੱਕ ਲਿਆ ਤੇ ਉਹ ਫਿਰ ਭਾਰਤੀ ਹਕੂਮਤੀ ਮਸ਼ੀਨਰੀ ਦੇ ਜ਼ਾਲਮ ਦੰਦਾਂ ਦਾ ਸ਼ਿਕਾਰ ਬਣ ਗਿਆ। ਉਸ ਮੌਕੇ ਇਹ ਬਿਆਨ ਦੇਣਾ ਤਾਂ ਚੇਤੇ ਆਜੂ ਕਿ ਮੁਲਕ ਦੀ ਏਕਤਾ ਤੇ ਅਖੰਡਤਾ, ਹਿੰਸਾ ਬੜੀ ਮਾੜੀ ਆ ਜੀ,
ਇਹ ਤਾਂ ਜੀ ਬਹੁਤ ਗਲਤ ਪਾਸੇ ਤੁਰ ਪਈ ਜਵਾਨੀ। ਪਰ ਅੱਜ ਜਦੋਂ ਸਿੱਖਾਂ ਦੀ ਹੇਠੀ ਹੋ ਰਹੀ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੜ ਵੱਡੀ ਬੈਠੀ ਹੈ। ਕੀ ਉਹਦੇ ਅਹੁਦੇਦਾਰ ਜਿਹੜੇ ਨੇ ਉਹ ਜ਼ਿੰਮੇਵਾਰ ਨੇ? ਬਿਲਕੁਲ ਨਹੀਂ। ਸਕੱਤਰ ਨੂੰ ਜਾਂ ਹੋਰ ਅਹੁਦੇਦਾਰਾਂ ਨੂੰ ਜਦੋਂ ਕੋਈ ਡਿਊਟੀ ਦੇ ਦੇਵੇ ਤੇ ਜਾਂਦੀ ਆ, ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਆ, ਉਹਨਾਂ ਦਾ ਫਰਜ਼ ਵਾ ਉਹ ਪੂਰਾ ਕਰਦੇ। ਪਰ ਜਿਹੜੇ ਪ੍ਰਧਾਨ ਹੁੰਦੇ ਆ ਜਾਂ ਐਗਜੈਕਟਿਵ ਹੁੰਦੀ ਆ, ਇਹ ਕੰਮ ਉਹਨਾਂ ਦਾ। ਇਹ ਡਿਊਟੀ ਲਾਉਣੀ ਕਿ ਇੱਕ ਸਕੱਤਰ ਸਪੈਸ਼ਲ ਸਕੱਤਰ ਬਣਾ ਦਿੱਤਾ ਜਾਵੇ। ਉੱਥੇ ਕਿੰਨੇ ਸਕੱਤਰ ਨੇ? ਧਰਮ ਪ੍ਰਚਾਰ ਕਮੇਟੀ ਨੂੰ ਡਿਊਟੀ ਦੇ ਦਿਓ ਕਿ ਭਾਈ ਧਰਮ ਦੇ ਖਿਲਾਫ ਜੇਕਰ ਕੋਈ ਸਾਡੇ ਦੇ ਖਿਲਾਫ ਗੱਲ ਕਰਾਉਂਦਾ ਹੈ ਤਾਂ ਸਿੱਖਾਂ ਦੇ ਮੁੰਡੇ ਤੁਹਾਨੂੰ ਸ਼ਿਕਾਇਤ ਕਰਿਆ ਕਰਨਗੇ। ਸਿੱਖਾਂ ਦੇ ਉਸ ਗੱਲ ਦੀ ਪੂਰੀ ਤਹਿਕੀਕਾਤ ਕਰਕੇ ਮੁਕੱਦਮਾ ਦਰਜ ਕਰਾਉਣਾ ਹੈ ਕਿ ਕਿਵੇਂ ਕਰਨਾ, ਉਹ ਸਾਰਾ ਕੁਝ ਫਿਰ ਤੁਸੀਂ ਦੇਖਣਾ। ਪਰ ਗੋਬਿੰਦ ਸਿੰਘ ਲੌਂਗੋਵਾਲ ਬਣ ਜਾਵੇ ਪ੍ਰਧਾਨ, ਚਾਹੇ ਕੋਈ ਹੋਰ ਬਣ ਜਾਵੇ, ਇਹ ਸਾਰੇ ਉਹ ਕੰਮ ਕਰਦੇ ਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੂੰ ਚੰਗਾ ਲੱਗੇ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੂੰ ਹਮੇਸ਼ਾ ਇਹ ਖਦਸ਼ਾ ਰਹਿੰਦਾ ਹੈ ਕਿ ਕਿਤੇ ਭਾਰਤੀ ਜਨਤਾ ਪਾਰਟੀ RSS ਦੀ ਲੀਡਰਸ਼ਿਪ ਆ ਜਿਹੜੀ ਵੀ ਉਹ ਸਾਤੋਂ ਨਾਰਾਜ਼ ਨਾ ਹੋ ਜਾਵੇ। ਇਸ ਗੱਲ ਕਰਕੇ ਉਹਨਾਂ ਨੂੰ ਹਰ ਵੇਲੇ ਇਹ ਵਿਪਤਾ ਪਈ ਰਹਿੰਦੀ ਆ ਕਿ ਕਿਤੇ ਆਪਣਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਘਰ ਨੂੰ ਨਾ ਤੋਰ ਦੇਣ। ਸਾਡੇ ਬੜੇ ਉਹਨਾਂ ਨਾਲ ਹਿੱਤ ਜੁੜੇ ਹੋਏ ਨੇ। ਸੋ ਭਾਜਪਾ RSS ਜਿਹੜੀ ਆ ਉਹ ਆਪਦੇ ਏਜੰਡੇ ਨੂੰ ਲੈ ਕੇ ਅੱਗੇ ਵੱਧ ਰਹੀ ਆ ਤੇ ਸਿੱਖ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਚੱਕਰਵਿਊਹ 'ਚ ਫਸ ਕੇ ਆਪਦੇ ਧਰਮ ਦੀ ਹੇਠੀ ਹੁੰਦੀ ਦੇਖ ਕੇ ਖੂਨ ਦੇ ਹੰਝੂ ਰੋ ਰਹੇ ਨੇ, ਬੇਬਸ ਅਤੇ ਲਾਚਾਰ ਨੇ। ਕਿਉਂਕਿ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਉਹ ਸੰਸਥਾਵਾਂ ਨੇ ਜਿਹੜੀਆਂ ਸਾਡੀਆਂ ਸਭ ਤੋਂ ਸਰਬ ਉੱਚ ਸੰਸਥਾਵਾਂ ਨੇ। ਇਹਨਾਂ ਦੀ ਬੈਕ, ਇਹਨਾਂ ਦੀ ਪੈਰਵਾਈ, ਇਹਨਾਂ ਦੀ ਕਹੀ ਹੋਈ ਗੱਲ ਸਾਡੀ ਕੌਮ ਨੂੰ ਬਹੁਤ ਵੱਡਾ ਹੁਲਾਰਾ ਦਿੰਦੀ ਹੈ। ਔਰ ਇਹ ਗੱਲ ਮੈਂ ਅੱਜ ਦੇ ਸੰਦਰਭ ਵਿੱਚ ਹੋਰ ਜ਼ਿਆਦਾ ਕਹਿ ਦੇਣੀ ਚਾਹੁੰਦਾ ਹੈ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਲੇ ਬੱਲੇ ਹੋਈ ਆ, ਅਕਾਲੀ ਦਲ ਦੀ ਚੜ੍ਹਤ ਬਣੀ ਆ, ਉਹਨਾਂ ਦਿਨਾਂ ਦੇ ਵਿੱਚ ਦੋ ਜਿਹੜੀਆਂ ਨੇ ਬਹੁਤ ਵੱਡੀਆਂ ਲਹਿਰਾਂ ਇੱਥੇ ਚੱਲੀਆਂ ਸੀ, ਮੂਵਮੈਂਟਸ। ਇੱਕ ਤਾਂ ਚੱਲੀ ਬੱਬਰ ਅਕਾਲੀ ਲਹਿਰ, ਇੱਕ ਚੱਲੀ ਸੀ ਗਦਰ ਲਹਿਰ। ਗਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੇ ਮੌਕੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਕਾਬਜ ਉਸ ਵੇਲੇ ਦੇ ਲੋਕ ਸੀ, ਲੀਡਰ ਸੀ, ਜਿਨ੍ਹਾਂ ਨੂੰ ਉਸ ਮੌਕੇ ਸਿੱਖ ਸਮਾਜ ਦੀ ਐਲੀਟ ਕਲਾਸ ਕਿਹਾ ਜਾਂਦਾ ਸੀ। ਜਿਹੜੇ ਲੋਕ ਉਸ ਮੌਕੇ ਜਦੋਂ ਸਿੱਖ ਕੌਮ ਗਦਰੀਆਂ ਅਤੇ ਬੱਬਰ ਅਕਾਲੀਆਂ ਦੇ ਨਾਲ ਸਹਿਮਤ ਹੋ ਕੇ ਗੋਰਿਆਂ ਦੀ ਗੁਲਾਮੀ ਦੇ ਖਿਲਾਫ ਜੂਝ ਰਹੀ ਸੀ, ਉਸ ਮੌਕੇ ਸਿੱਖ ਸਮਾਜ ਦੀਆਂ ਜਿਹੜੀਆਂ ਮੋਹਰਲੀਆਂ ਸਭਾ ਨੇ, ਜਿਨ੍ਹਾਂ ਨੂੰ ਆਪਾਂ ਐਲੀਟ ਕਲਾਸ ਕਹਿੰਦੇ ਆ, ਇਹ ਸਾਰੇ ਦੇ ਸਾਰੇ ਜਿਹੜੇ ਸੀ ਇਹ ਗੋਰਿਆਂ ਦੇ ਹੱਕ ਵਿੱਚ ਬੋਲੇ ਸੀ। ਤੇ ਇਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਗਦਰੀ ਨੇ ਜਾਂ ਇਹ ਜਿਹੜੇ ਬੱਬਰ ਅਕਾਲੀ ਨੇ ਵੀ ਇਹ ਤਾਂ ਸਿੱਖ ਹੀ ਨਹੀਂ ਹੈ। ਇਹਨਾਂ ਦੇ ਖਿਲਾਫ ਫਤਵੇ ਜਾਰੀ ਕਰ ਦਿੱਤੇ ਗਏ ਸੀ। ਸੋ ਅੱਜ ਜਦੋਂ ਸਾਡੀ ਕੌਮ ਇਕੱਲਾ ਇਹ ਗੱਲ ਕਹਿ ਕੇ ਸੁਰਖਰੂ ਜੇ ਹੋਣ ਨੂੰ ਫਿਰਦੀ ਰਹਿੰਦੀ ਆ ਕਿ ਜੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਸਾਡੇ ਸਾਰ ਨਹੀਂ ਲੈਂਦੀਆਂ, ਤਾਂ ਉਸ ਮੌਕੇ ਮੈਨੂੰ ਇਤਿਹਾਸ ਦਾ ਉਹ ਕਾਲਾ ਦੌਰ ਚੇਤੇ ਆਉਂਦਾ ਜਦੋਂ ਗਦਰੀਆਂ ਅਤੇ ਬੱਬਰ ਅਕਾਲੀਆਂ ਦੇ ਖਿਲਾਫ ਇਹਨਾਂ ਸੰਸਥਾਵਾਂ ਤੋਂ ਫਤਵੇ ਜਾਰੀ ਹੋਏ, ਹੁਕਮਨਾਮੇ ਜਾਰੀ ਹੋਏ। ਸੋ ਅੱਜ ਜਿਹੜੇ ਸਿੱਖ ਇਹ ਭਾਲਦੇ ਫਿਰਦੇ ਆ ਕਿ ਸਾਡੀ ਅਗਵਾਈ ਇਹ ਸੰਸਥਾਵਾਂ ਕਰਨਗੀਆਂ, ਇਹ ਬਿਲਕੁਲ ਨਿਕੰਮੀ ਗੱਲ ਆ। ਦੂਜੀ ਗੱਲ ਇਹ ਕਿ ਸਾਡੇ ਕਈ ਬੰਦਿਆਂ ਨੂੰ ਸਿੱਧਾ ਜਿਹਾ ਹੁੰਦਾ ਵੀ ਜੇ ਇੱਥੇ ਫਿਰ ਆਪਾਂ ਆਪਦੇ ਬੰਦਿਆਂ ਦੀ ਕਬਜ਼ਾ ਕਰਾ ਦਿੰਦੇ ਆ ਜਾਂ ਆਪਣੇ ਬੰਦੇ ਇੱਥੇ
ਸ਼੍ਰੋਮਣੀ ਕਮੇਟੀ ਵਿੱਚ ਚੁਣ ਕੇ ਭੇਜ ਦਿੱਤੇ ਜਾਣ। ਇਹ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਗੱਲ ਹੈ ਕਿ ਭਾਰਤੀ ਹਕੂਮਤੀ ਤੰਤਰ ਕਿਉਂ ਇਹੋ ਜਿਹੇ ਹਾਲਾਤ ਬਣ ਦਊਗਾ ਕਿ ਪੰਥ ਪ੍ਰਸਤ ਸੋਚ ਵਾਲੇ ਲੋਕ ਆ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਜਿਹੜੇ ਸਿੱਖ ਨੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਜਾਣ ਤੇ ਉਹਨਾਂ ਦਾ ਕਬਜ਼ਾ ਹੋ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਭਾਰਤੀ ਹਕੂਮਤ ਨੇ ਹਮੇਸ਼ਾ ਹੀ ਉਸ ਧਿਰ ਕੋਲੇ ਰਹਿਣ ਦੇਣੀ ਆ ਜਿਹੜੀ ਧਿਰ ਦਿੱਲੀ ਅਤੇ ਨਾਗਪੁਰ ਨੂੰ ਮੱਥਾ ਟੇਕਣ ਵਾਲੀ ਧਿਰ ਹੋਊ। ਇਹ ਭੁੱਲ ਜਾਓ ਕਿ ਕਦੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਗੁਰਸਿੱਖ ਪਿਆਰਿਆਂ ਦੀ ਇਸ ਸੰਸਥਾ ਦੇ ਵਿੱਚ ਬੱਲੇ ਬੱਲੇ ਹੋ ਸਕਦੀ ਹੈ। ਜਿਹਨੇ ਝੂਠ ਬੋਲਣਾ, ਜਿਹਨੇ ਲਾਰਾ ਲਾਉਣਾ, ਜਿਹਨੇ ਕੌਮ ਦੀ એનર્ਜੀ ਵੇਸਟ ਕਰਵਾਉਣੀ ਆ, ਜਿਹਨੇ ਪੰਥ ਨੂੰ ਹੋਰ ਜ਼ਿਆਦਾ ਗੁੰਮਰਾਹ ਕਰਨਾ, ਉਹ ਤੁਹਾਡੇ ਕੋਲੇ ਕਰੋੜਾਂ ਹੀ ਲੋਕ ਨੇ, ਉਹ ਲੱਖਾਂ ਹੀ ਲੋਕ ਨੇ ਜਿਹੜੇ ਤੁਹਾਨੂੰ ਹਰ ਰੋਜ਼ ਗੁੰਮਰਾਹ ਕਰਦੇ ਆ ਤੇ ਤੁਹਾਨੂੰ ਵਧੀਆ ਵੀ ਉਹੀ ਲੱਗਦੇ ਆ ਕਿਉਂਕਿ ਝੂਠ ਬੋਲ ਕੇ ਵਧੀਆ ਵਧੀਆ ਸੁਪਨੇ ਦਿਖਾ ਕੇ ਤੁਹਾਡੇ ਨੋਟਾਂ ਦੇ ਨਾਲ ਅਗਲੇ ਆਪਦੀ ਸਿਆਸਤ ਕਰਦੇ ਆ ਤੇ ਚਾਹੇ ਉਹ ਦਿਲੋਂ ਸੱਚੇ ਦਿਲੋਂ ਵੀ ਚਾਹੁੰਦੇ ਹੋਣ ਤਾਂ ਵੀ ਉਹਨਾਂ ਦੀ ਇਹ ਝੂਠ ਆ ਗੱਲ ਕਿ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਉੱਤੇ ਪੰਥ ਪ੍ਰਸਤ ਲੋਕਾਂ ਦਾ ਇੱਥੇ ਬੋਲਬਾਲਾ ਹੋ ਜਾਊਗਾ। ਕਦੇ ਨਹੀਂ ਹੋਣ ਦੇਣਾ। ਜਿਹੜਾ ਹਿੰਦੂ ਸਾਮਰਾਜ ਝੂਠੇ ਮੁਕੱਦਮੇ ਬਣਾ ਕੇ ਤੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਸਿੱਖਾਂ ਦਾ ਕਤਲੇਆਮ ਕਰ ਰਿਹਾ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹੋਣ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਕਬਜ਼ਾ ਕਰਵਾ ਦੇਣ। ਇਹ ਸਭ ਤੋਂ ਵੱਡਾ ਗਪੌੜਾ ਵਾ। ਅੱਜ ਕਈ ਲੋਕਾਂ ਨੂੰ ਇਹ ਗੱਲ ਨਾ ਪਸੰਦ ਆਉਣੀ ਆ ਮੇਰੀ ਕਿਉਂਕਿ ਸੱਚ ਜਿਹੜਾ ਹੁੰਦਾ ਉਹ ਸੁਣਨ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ। ਕਹਿਣ ਵਾਲਿਆਂ ਕੋਲੇ ਜਿਗਰਾ ਤਾਂ ਆਜੂ। ਪਿੰਡਾਂ ਦੇ ਦੇਸੀ ਮੋੜ ਤੇ ਬੈਠਣ ਵਾਲੇ ਬੰਦੇ ਨੂੰ ਵੀ ਪੁੱਛ ਲਓ, ਉਹ ਵੀ ਕਹਿ ਦੂਗਾ ਵੀ ਕਮਲਿਓ ਜਿਹੜਾ ਇੰਡੀਆ, ਜਿਹੜਾ ਭਾਰਤੀ ਹਕੂਮਤੀ ਤੰਤਰ ਤੁਹਾਡੀ ਹੋਂਦ ਹਸਤੀ ਮਟਾਉਣੀ ਚਾਹੁੰਦਾ ਹੈ ਉਹ ਭਾਈ ਕਦੋਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਕਾਮਯਾਬ ਹੋਣ ਦਊਗਾ। ਪਰ ਇਹ ਸਧਾਰਨ ਜੀ ਗੱਲ ਪਤਾ ਨਹੀਂ ਕਾਹਤੋਂ ਆਪਾਂ ਮੰਨਣ ਨੂੰ ਤਿਆਰ ਨਹੀਂ। ਦੂਜੀ ਆਪਣੇ ਦਿਮਾਗ 'ਚ ਕੀੜਾ ਬੜਿਆ ਹੋਇਆ ਕਿ ਜੀ ਫਲਾਨਾ ਲੀਡਰ ਜਿਹੜਾ ਬਾਦਲ ਨੂੰ ਹਟਾ ਦਿਓ, ਫਲਾਨਾ ਲਿਆਓ। ਭਾਈ ਜਿਹੜਾ ਵੀ ਇਸ ਹਕੂਮਤੀ ਸਿਸਟਮ ਦੇ ਅੰਦਰੋਂ ਮੁੱਖ ਮੰਤਰੀ ਬਣੂ ਉਹ ਨਮਕ ਦੀ ਖਾਣ ਦੇ ਵਿੱਚ ਨਮਕ ਬਣਨ ਵਾਲੀ ਗੱਲ ਆ। ਝੂਠ ਜਿੰਨਾ ਕੋਈ ਮਰਜ਼ੀ ਬੁਲਾ ਲਵੇ, ਜੇ ਤੁਹਾਨੂੰ ਲੱਗਦਾ ਤਾਂ ਮੈਂ ਵੀ ਇੱਦਾਂ ਬੋਲਣ ਲੱਗ ਜਾਂਦਾ ਕਿ ਜੀ ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿਓ, ਫਲਾਨੀ ਪਾਰਟੀ ਨੂੰ ਜਿਤਾ ਦਿਓ। ਕਈ ਇਹੋ ਜਿਹੇ ਸੱਜਣ ਪਿਆਰੇ ਨੇ ਜਿਹੜੇ ਜਜ਼ਬਾਤੀ ਜੇ ਕਰਕੇ ਮੇਰੇ ਵਰਗਿਆਂ ਨੂੰ ਕਹਿੰਦੇ ਆ ਕਿ ਜੀ ਭਾਰਤੀ ਹਕੂਮਤੀ ਤੰਤਰ ਦੇ ਅੰਦਰੋਂ ਅੰਦਰ ਮੁੱਖ ਧਾਰਾ ਨੂੰ ਮੱਥਾ ਟੇਕ ਕੇ ਆਪਣਾ ਕੁਛ ਨਾ ਕੁਛ ਬਣ ਸਕਦਾ, ਆਪਾਂ ਐਂ ਕਰੀਏ ਤੇ ਉਹ ਕਰੀਏ। ਬੜੀਆਂ ਮੱਤਾਂ ਦਿੰਦੇ ਆ ਔਰ ਉਹਨਾਂ ਦੀਆਂ ਮੱਤਾਂ ਜਿਹੜੀਆਂ ਨੇ ਭਾਵਨਾ ਹੋ ਸਕਦਾ ਉਹਨਾਂ ਦੀ ਸਹੀ ਵੀ ਹੋਵੇ, ਪਰ ਮੈਂ ਇਹ ਗੱਲ ਜਾਣਦਾ ਹਾਂ ਤੇ ਮੈਂ ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜਿਹੜੇ ਲੋਕ ਪੰਥ ਅਤੇ ਪੰਜਾਬ ਦਾ ਭਲਾ ਲੋਚਦੇ ਹੋਣਗੇ ਉਹਨਾਂ ਨੂੰ ਛੇਤੀ ਕੀਤੇ ਤਾਂ ਉਹ ਵਿਧਾਨ ਸਭਾ ਦੀਆਂ ਜਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਨੇ ਉਹਦੇ 'ਚ ਜੇਤੂ ਨਹੀਂ ਹੋਣ ਦਿੰਦੇ ਛੇਤੀ ਕੀਤੇ। ਪਰ ਜੇਕਰ ਕੋਈ ਜੇਤੂ ਹੋ ਹੀ ਜਾਵੇ ਤਾਂ ਉਹ ਸਰਕਾਰ ਬਣਾਉਣ ਵਾਲੀ ਤਾਂ ਗੱਲ ਹੀ ਭੁੱਲ ਜਾਓ ਵੀ ਤੁਹਾਡੇ ਇੰਨੇ ਜ਼ਿਆਦਾ ਮੈਂਬਰ ਬਣ ਜਾਣ। ਉਸ ਤੋਂ ਅਗਲੀ ਗੱਲ ਬਈ ਚਾਹੇ ਪਾਰਲੀਮੈਂਟ 'ਚ ਚਲੇ ਜਾਓ, ਸਾਡੀ ਕੌਮ ਦੇ ਬਹੁਤ ਵੱਡੇ ਧੁਰੰਤਰ ਸਰਦਾਰ ਕਪੂਰ ਸਿੰਘ ਜੀ 1966 ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਸੀਗੇ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਤਕਰੀਰ ਕੀਤੀ ਜਿਹਨੂੰ ਸਿੱਖਾਂ ਨਾਲ ਵਿਸਾਖਾਤ ਸਰਲੇਖ ਦੇ ਹੇਠ ਅਕਸਰ ਹੀ ਛਾਪ ਕੇ ਵੰਡਿਆ ਜਾਂਦਾ ਰਿਹਾ। ਜੇ ਸਿੱਖ ਕੌਮ ਦਾ ਕੇਸ ਕਿਸੇ ਨੇ ਸਮਝਣਾ ਹੋਵੇ ਕਿ ਸਾਡੀ ਦੁਰਗਤੀ ਕਿਵੇਂ ਹੋਈ ਆ, ਸਾਡਾ ਬੇੜਾ ਕਿਵੇਂ ਗਰਕਿਆ, ਤਾਂ ਸਭ ਤੋਂ ਬਿਹਤਰੀਨ ਡਾਕੂਮੈਂਟ ਜਿਹੜਾ ਹੈ ਉਹ ਸਾਡੇ ਕੋਲ ਇਹ ਹੈ। ਸ਼੍ਰੋਮਣੀ ਗੁਰਦੁਆਰਾ ਪੰਜਾਬੀ ਸੂਬਾ ਜਦੋਂ ਬਣਨਾ ਸੀ
ਤੇ ਪੰਜਾਬੀ ਸੂਬਾ ਜਦੋਂ ਬਣਿਆ ਬਈ ਉਹ ਉਸ ਮੌਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਸਰਦਾਰ ਕਪੂਰ ਸਿੰਘ ਨੇ ਜਿਹੜੀ ਤਕਰੀਰ ਕੀਤੀ ਆ, ਮੈਂ ਉਹਦੀ ਗੱਲ ਕਰਦਾ। ਉਹ ਜਿਹੜੀ ਸਿੱਖਾਂ ਨਾਲ ਵਿਸਾਖਾਤ ਜੇ ਗੂਗਲ ਤੇ ਲਿਖ ਕੇ ਪਾਉ ਤਾਂ ਵੀ ਉਹ ਮਿਲ ਜਾਂਦੀ ਆ। ਉਹ ਉੱਤੇ ਪੂਰੀ ਤਕਰੀਰ ਜਿਹੜੀ ਹੈਗੀ ਆ ਪੋਸਟ ਕੀਤੀ ਹੋਈ ਆ ਗੂਗਲ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਸ਼ਾਨਦਾਰ ਅਤੇ ਵਧੀਆ ਤਕਰੀਰ ਆ ਉਹ, ਪਰ ਉਹਨਾਂ ਨੇ ਆਖਿਆ ਕਿ ਠੀਕ ਆ ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਹਾਡੀ ਪਾਰਟੀ ਨੂੰ ਬੋਲਣ ਦਾ ਮੌਕਾ ਮਿਲਣਾ ਹੈ, ਤੁਸੀਂ ਆਪਦੀ ਗੱਲ ਕਹਿ ਲਓ। ਪਰ ਜਿਹੜਾ ਉੱਥੇ 400-500 ਹੋਰ ਮੈਂਬਰ ਪਾਰਲੀਮੈਂਟ ਬੈਠਾ ਹੁੰਦਾ, ਉਹਨਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਜਿੰਨਾ ਮਰਜ਼ੀ ਬੋਲੀ ਚੱਲੋ, ਜਿੰਨੀਆਂ ਮਰਜ਼ੀ ਸੱਚੀਆਂ ਗੱਲਾਂ ਜਿਹੜੀਆਂ ਨੇ, ਦਲੀਲਾਂ ਜਿਹੜੀਆਂ ਨੇ ਉਹ ਪੇਸ਼ ਕਰ ਲਓ, ਅਸੀਂ ਤੁਹਾਨੂੰ ਬੋਲਣ ਤਾਂ ਦੇ ਸਕਦੇ ਹਾਂ ਪਰ ਤੁਹਾਡੀ ਗੱਲ ਨਾ ਮੰਨਣੀ ਆ, ਨਾ ਉਹਨੂੰ ਅਮਲ 'ਚ ਲਿਆਉਣਾ, ਕਿਉਂਕਿ ਕਰਨੀ ਅਸੀਂ ਉਹ ਆ ਜਿਹੜੀ ਹਿੰਦੂ ਇੰਡੀਆ ਨੂੰ, ਬ੍ਰਾਹਮਣਵਾਦ ਨੂੰ, ਨਾਗਪੁਰ ਨੂੰ, ਭਾਰਤੀ ਹਕੂਮਤੀ ਤੰਤਰ ਨੂੰ ਜਿਹੜੀ ਗੱਲ ਪੁੱਗਦੀ ਹੋਵੇ। ਜਦੋਂ ਤੁਹਾਡੀ ਪਾਰਲੀਮੈਂਟ ਵਿੱਚ ਬੋਲਦਿਆਂ ਦੀ ਕੋਈ ਸੁਣਵਾਈ ਨਹੀਂ, ਜਦੋਂ ਤੁਹਾਡੀ ਅਸੈਂਬਲੀ ਵਿੱਚ ਬੋਲਦਿਆਂ ਦੀ ਕੋਈ ਸੁਣਵਾਈ ਨਹੀਂ, ਫਿਰ ਤੁਸੀਂ ਮੈਨੂੰ ਦੱਸੋ ਜਿਹੜੀ ਗੱਲ ਕਰੋੜਾਂ ਰੁਪਏ ਖਰਚ ਕੇ ਕਿਸੇ ਨੂੰ ਮੈਂਬਰ ਜਾਂ ਮੈਂਬਰ ਪਾਰਲੀਮੈਂਟ ਬਣਾ ਕੇ ਫੇਰ ਸਿੱਖਣੀ ਆ, ਉਹ ਤੁਹਾਨੂੰ ਮੈਂ ਵੈਸੇ ਦੱਸੀ ਜਾਂਦਾ ਵੀ ਭਾਈ ਤੁਹਾਡਾ ਕੋਈ ਮੁੱਲ ਨਹੀਂ। ਜਿੰਨੇ MLA MP ਬਣੇ ਆ ਇਹਨਾਂ ਸਾਰਿਆਂ ਦੇ ਤੁਸੀਂ ਇਹ ਤਾਂ ਕਹਿ ਸਕਦੇ ਹੋ ਵੀ ਬੜੀ ਸੋਹਣੀ ਤਕਰੀਰ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ, ਉਹਦੀ ਵੀ ਇੱਕ ਤਕਰੀਰ ਆ 1984 ਦੇ ਨਵੰਬਰ ਕਤਲੇਆਮ ਦੇ ਬਾਰੇ ਕੁਝ ਗੱਲਾਂ ਬੀਬੀ ਨੇ ਪਾਰਲੀਮੈਂਟ 'ਚ ਕਹੀਆਂ। ਉੱਦਾਂ ਦੀ ਤਕਰੀਰ ਹੀ ਤਰਲੋਚਨ ਸਿੰਘ ਦੀ ਆ ਜਦੋਂ ਉਹਨੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ 1984 ਬਾਰੇ ਬੋਲਿਆ। ਉੱਦਾਂ ਦੀ ਤਕਰੀਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੀ ਆ। ਉੱਦਾਂ ਦੀ ਤਕਰੀਰ ਹੋਰ ਬਹੁਤ ਸਾਰਿਆਂ ਦੀ ਮਿਲ ਜੂ, ਪਰ ਉਹ ਤਕਰੀਰਾਂ ਜਿਹੜੀਆਂ ਨੇ ਉਹਦੇ ਨਾਲ ਪੰਥ ਦਾ ਸੌਰ ਦਾ ਕੀ ਆ ਜੀ। ਮੈਂ ਇੱਥੇ ਫੇਸਬੁੱਕ ਦੇ ਉੱਤੇ ਰੋਜ਼ ਲਾਈਵ ਹੋਵਾਂ, ਲਾਈਵ ਹੋਣ ਦੇ ਨਾਲ ਜਿਵੇਂ ਖੰਡ 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 ਕੀਤਿਆਂ ਖੰਡ ਮੂੰਹ 'ਚ ਨਹੀਂ ਆ ਜਾਣੀ, ਮੂੰਹ ਮਿੱਠਾ ਨਹੀਂ ਹੁੰਦਾ ਖੰਡ ਖੰਡ ਕੀਤਿਆਂ, ਉਵੇਂ ਪਾਰਲੀਮੈਂਟ ਦੇ ਵਿੱਚ, ਅਸੈਂਬਲੀ ਦੇ ਵਿੱਚ ਬੋਲਣ ਦੇ ਨਾਲ ਉਹੀ ਕੁਝ ਹਾਸਲ ਹੁੰਦਾ ਜਿਹੜਾ ਕੁਝ ਆਪਾਂ ਘਰੇ ਬਹਿ ਕੇ ਮੋੜ ਤੇ ਬਹਿ ਕੇ ਗੱਲਾਂ ਕਰਕੇ ਹਾਸਲ ਕਰ ਸਕਦੇ। ਕੱਖ ਹਾਸਲ ਨਹੀਂ ਹੋਣਾ ਇਸ ਸਿਸਟਮ ਦੇ ਅੰਦਰੋਂ। ਤੇ ਦੁਰਫਿੱਟੇ ਨੂੰ ਉਹਨਾਂ ਪੜ੍ਹੇ ਲਿਖੇ ਸਿਆਣੇ ਵਿਦਵਾਨ ਕਹਾਉਂਦੇ ਲੋਕਾਂ ਦਾ, ਜਿਹੜੇ ਪਿਛਲੇ 70 ਸਾਲਾਂ ਦੇ ਤਜਰਬੇ ਤੋਂ ਬਾਅਦ ਵੀ ਹਜੇ ਵੀ ਸਿੱਖਾਂ ਨੂੰ ਇਹੀ ਕਹੀ ਜਾਂਦੇ ਆ ਕਿ ਨਹੀਂ ਆਪਾਂ ਮੈਂਬਰ ਪਾਰਲੀਮੈਂਟ ਬਣਾਈਏ, ਆਪਾਂ ਨਵੀਂ ਪਾਰਟੀ ਬਣਾਈਏ, ਆਪਾਂ ਫਲਾਣੇ ਨੂੰ ਜਿਤਾਈਏ, ਫਲਾਣੇ ਨੂੰ ਹਰਾਈਏ, ਜਿਹਨੂੰ ਮਰਜ਼ੀ ਜਿਤਾ ਲਓ ਤੇ ਜਿਹਨੂੰ ਮਰਜ਼ੀ ਹਰਾ ਲਓ, ਆਹੀ ਕੁਛ ਰਹਿਣਾ। ਕਿਉਂਕਿ ਸਿੱਖੀ ਅਤੇ ਸਿੱਖਾਂ ਦਾ, ਪੰਥ ਅਤੇ ਪੰਜਾਬ ਦਾ ਬੇੜਾ ਗਰਕ ਕਰਨ ਦਾ ਜਿਹੜਾ ਪ੍ਰੋਜੈਕਟ ਵਾ, ਉਹ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਦੇ ਬਦਲਣ ਦੇ ਨਾਲ ਨਹੀਂ ਬਦਲਦਾ। ਇਹ ਪ੍ਰੋਜੈਕਟ 1947 ਤੋਂ ਹੀ ਨਹੀਂ, ਇਹ ਬਾਬੇ ਨਾਨਕ ਨੇ ਜਦੋਂ ਜਨੇਊ ਤੋਂ ਨਾ ਕੀਤਾ ਸੀ, ਉਸ ਦਿਨ ਤੋਂ ਅਗਲਿਆਂ ਨੇ ਮਿਥਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ, ਅਸੀਂ ਨਾ ਤੁਹਾਨੂੰ ਮੰਨੀਏ, ਨਾ ਅਸੀਂ ਤੁਹਾਡੇ ਪੈਰੋਕਾਰਾਂ ਨੂੰ ਮੰਨੀਏ, ਨਾ ਤੁਹਾਡੀ ਵਿਚਾਰਧਾਰਾ ਨੂੰ ਮੰਨੀਏ, ਅਸੀਂ ਜੋ ਮਰਜ਼ੀ ਕਰੀਏ, ਅਸੀਂ ਤੁਹਾਡਾ ਸਮੂਲ ਨਾਸ਼ ਕਰਾਂਗੇ। ਤੇ ਪਿਛਲੇ 5 ਸਦੀਆਂ ਤੋਂ ਉਹਨਾਂ ਨੇ ਪੰਥ ਅਤੇ ਪੰਜਾਬ ਦੇ ਪਿੱਠ 'ਚ ਛੁਰਾ ਮਾਰਨ ਦਾ ਕੋਈ ਨਾ ਮੌਕਾ ਖਿੰਝਾਇਆ, ਨਾ ਉਹਨਾਂ ਨੇ ਅੱਗੇ ਖਿੰਝਾਉਣਾ। ਹੁਣ ਜੇ ਕੋਈ ਸੱਪ ਉੱਤੇ ਯਕੀਨ ਕਰਦਾ ਕਿ ਮੇਰੇ ਡੰਗ ਨਹੀਂ ਮਾਰੂ, ਤਾਂ ਸੱਪ ਦੀ ਕਿਹੜੀ ਗਲਤੀ ਹੈ ਇਹਦੇ 'ਚ? ਜਿਹੜਾ ਕੁਛ ਗੁਰਬਾਣੀ ਕਹਿੰਦੀ ਆ, ਜੋ ਕੁਝ ਸਾਡਾ ਧਰਮ ਸਾਨੂੰ ਗੁਰਮਤ ਕਹਿ ਕੇ ਪਰੋਸਦਾ ਹੈ ਵੀ ਆ ਗੁਰਮਤ ਆਏ ਤੇ ਪਹਿਰਾ ਦੇਣਾ, ਉਹ ਸਾਰਾ ਕੁਝ ਉਹ ਹੈ ਜਿਹਨੂੰ ਬ੍ਰਾਹਮਣਵਾਦ ਮਨਮਤ ਕਹਿੰਦਾ ਨਾ, ਉਹਦੇ ਉੱਤੇ ਸਿੱਧਾ ਅਟੈਕ। ਜਾਂ ਤਾਂ ਗੁਰਮਤ ਰਹਿ ਸਕਦੀ ਆ ਜਾਂ ਮਨਮਤ ਰਹਿ ਸਕਦੀ।
ਜਾਂ ਬ੍ਰਾਹਮਣਵਾਦ ਰਹਿ ਸਕਦਾ ਜਾਂ ਸਿੱਖੀ ਰਹਿ ਸਕਦੀ ਹੈ। ਤੇ ਗੁਰੂ ਸਾਹਿਬ ਦਾ ਸਪਸ਼ਟ ਹੁਕਮ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਸ਼ਮੇਸ਼ ਪਾਤਸ਼ਾਹ ਵਾਰਨਿੰਗ ਦਿੰਦੇ ਆ, ਚੇਤਾਵਨੀ ਦਿੰਦੇ ਆ ਸਿੱਖਾਂ ਨੂੰ ਕਿ ਜੇ ਤੁਸੀਂ ਵਿਪਰਨਵਾਦ ਦੇ ਬ੍ਰਾਹਮਣਵਾਦ ਦੇ ਰਾਹ ਪਏ, ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ। ਇੰਨੀ ਸਖਤ ਵਾਰਨਿੰਗ ਜਿਸ ਮੱਤ ਬਾਰੇ ਦਿੱਤੀ ਹੋਵੇ, ਉਸ ਮੱਤ ਦਾ ਸਿੱਖੀ ਨਾਲ ਸਿੱਧਾ ਵਿਰੋਧ ਆ। ਤੇ ਸਾਡੇ ਬੰਦੇ ਕਹਿੰਦੇ ਜੀ ਹਿੰਦੂ ਸਿੱਖ ਏਕਤਾ, ਭਾਈਚਾਰਕ ਪ੍ਰੇਮ, 9 ਮਾਸ ਦਾ ਰਿਸ਼ਤਾ, ਹੱਦ ਹੋ ਗਈ ਝੂਠ ਬੋਲਣ ਦੀ। ਠੀਕ ਆ, ਧਰਤੀ ਉੱਤੇ ਰਹਿੰਦੇ ਆ ਬੰਦੇ ਦਾ ਬੰਦੇ ਨਾਲ ਪਿਆਰ ਪੈ ਜਾਂਦਾ। ਬਥੇਰੇ ਸਿੱਖਾਂ ਦੇ ਈਸਾਈਆਂ ਨਾਲ ਬੜੇ ਪਿਆਰੇ ਰਿਸ਼ਤੇ ਹੋ ਸਕਦੇ, ਬੜੇ ਸਿੱਖਾਂ ਦੇ ਮੁਸਲਮਾਨ ਮੁੰਡਿਆਂ ਨਾਲ ਵਧੀਆ ਰਿਸ਼ਤੇ ਹੋ ਸਕਦੇ, ਬੜੇ ਸਿੱਖਾਂ ਦੇ ਹੋਰ ਧਰਮਾਂ, ਕੌਮਾਂ, ਨਸਲਾਂ, ਬੋਲੀਆਂ ਬੋਲਣ ਵਾਲਿਆਂ ਨਾਲ ਪਿਆਰ ਭਰੇ ਰਿਸ਼ਤੇ ਹੋ ਸਕਦੇ। ਤੇ ਇਵੇਂ ਹੀ ਸਿੱਖਾਂ ਦੇ ਹਿੰਦੂਆਂ ਨਾਲ ਵੀ ਪਿਆਰ ਭਰੇ ਰਿਸ਼ਤੇ ਹੋ ਸਕਦੇ। ਪਰ ਜਿਹੜਾ ਕਹਿੰਦੇ ਉਹ 9 ਮਾਸ ਦਾ ਰਿਸ਼ਤਾ, ਜਿਹੜਾ ਕਹਿੰਦੇ ਆ ਵੀ ਆਪਣਾ ਤਾਂ ਜੀ ਇੱਕ ਦੂਜੇ ਬਗੈਰ ਸਰਦਾ ਹੀ ਨਹੀਂ, ਇਹ ਗੱਲ ਬਿਲਕੁਲ ਝੂਠੀ ਆ। ਕੌਮਾਂ ਦੇ ਹਿੱਤ ਹੁੰਦੇ ਆ, ਹਰ ਚੀਜ਼ ਬਦਲ ਸਕਦੀ ਆ, ਕੌਮਾਂ ਦੇ ਹਿੱਤ ਨਹੀਂ ਬਦਲਦੇ ਹੁੰਦੇ। ਆਪਣੀ ਕੌਮ ਦੇ ਹਿੱਤ ਜਿਹੜੇ ਨੇ, ਜਦੋਂ ਤਾਂ ਆਪਾਂ ਮੁਗਲਾਂ ਪਠਾਣਾਂ ਨਾਲ ਲੜਦੇ ਸੀ, ਉਸ ਮੌਕੇ ਹਿੰਦੂ ਨੂੰ ਆਪਦੀਆਂ ਧੀਆਂ ਭੈਣਾਂ, ਆਪਦੇ ਜਾਨ ਮਾਲ ਦੀ ਰਾਖੀ ਲਈ ਸਾਡੀ ਲੋੜ ਸੀ। ਸਾਡਾ ਵੀ ਕੁਛ ਸੌਰ ਦਾ ਹੋਣਾ ਆਪਣੇ ਬਜ਼ੁਰਗਾਂ ਦਾ ਉਸ ਮੌਕੇ, ਉਹਨਾਂ ਉਹ ਟਾਈਮ ਲੰਘ ਗਿਆ। ਦੋਨਾਂ ਦੇ ਹਿੱਤ ਜਿਹੜੇ ਸੀ ਸਾਂਝੇ ਸੀ। ਬਾਹਰੋਂ ਆਉਣ ਵਾਲੇ ਧਾੜਵੀਆਂ ਦੇ ਹਮਲਿਆਂ ਮੌਕੇ ਗੋਰਿਆਂ ਦਾ ਵੇਲਾ ਆਇਆ, ਫਿਰ ਆਪਾਂ ਇੱਕ ਸਾਂਝੇ ਦੁਸ਼ਮਣ ਦੇ ਸਾਂਝੇ ਗੁਲਾਮ ਸੀ, ਗੁਲਾਮ ਸਾਥੀ, ਤੇ ਮੁਸਲਮਾਨ ਵੀ ਗੁਲਾਮ ਸੀ। 1947 ਤੋਂ ਬਾਅਦ ਆਪਾਂ ਹਿੰਦੂ ਦੇ ਗੁਲਾਮ ਹੋ ਗਏ। ਹੁਣ ਉਹ ਹਿੰਦੂ ਜਿਹਦੀਆਂ ਔਰਤਾਂ ਨੂੰ ਬੇਪਤ ਹੋਣ ਤੋਂ ਸਿੱਖ ਬਚਾਉਂਦੇ ਰਹੇ, ਜਿਹਦੇ ਤਿਲਕ ਜਨੇਊ ਦੇ ਰਾਖੀ ਲਈ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਉਹ ਹਿੰਦੂ ਅੱਜ ਸਿੱਖੀ ਅਤੇ ਸਿੱਖਾਂ ਦੇ ਲਈ ਜੋ ਚਾਹਵੇ ਉਹ ਕਰ ਸਕਦਾ। ਜੇ ਤਾਂ ਕੋਈ ਹੋਰ ਕੌਮ ਹੁੰਦੀ, ਉਹ ਕਹਿੰਦੇ ਵੀ ਸਾਡੇ ਨਾਲ ਇਹਨਾਂ ਨੇ, ਸਿੱਖਾਂ ਨੇ ਬਹੁਤ ਸਾਡੇ ਹਿੱਤਾਂ ਦੀ ਰਾਖੀ ਕੀਤੀ ਆ, ਤੇ ਹੁਣ ਸਾਡੇ ਕੋਲੇ ਜੇ ਤਪ ਤੇਜ ਆ ਗਿਆ, ਰਾਜ ਭਾਗ ਆ ਗਿਆ, ਤਾਂ ਅਸੀਂ ਇਹਨਾਂ ਦੇ ਹਿੱਤਾਂ ਦੀ ਰਾਖੀ ਕਰੀਏ। ਪਰ ਅਕਿਰਤ ਘਣਤਾ ਦਿਖਾਈ ਅਗਲਿਆਂ ਨੇ। ਉਹਨਾਂ ਨੇ ਐਲਾਨੀਆ ਤੌਰ ਦੇ ਉੱਤੇ ਸਿੱਖੀ ਨੂੰ ਖਤਮ ਕਰਨ ਦਾ ਪ੍ਰੋਜੈਕਟ ਐਲਾਨਿਆ ਹੋਇਆ। ਕਹਿੰਦੇ ਸਿੱਖ ਤਾਂ ਹਿੰਦੂ। ਦੂਜੇ ਕੁ ਦਿਨ ਸਿੱਖ ਕਲਪਦੇ ਆ, ਉਹ ਕਹਿੰਦੇ ਜੋ ਮਰਜ਼ੀ ਕਹੀ ਚੱਲੋ, ਸਿੱਖ ਹਿੰਦੂ ਨੇ। ਜੋ ਸਿੱਖੀ ਅਤੇ ਸਿੱਖਾਂ ਦੇ ਉਲਟ ਜਾਂਦੀਆਂ ਗੱਲਾਂ ਨੇ, ਉਹ ਸਾਰੀਆਂ ਦੀ ਸਰਪ੍ਰਸਤੀ ਕਰਦੇ ਆ। ਜਿਹੜਾ ਵੀ ਕੋਈ ਬੰਦਾ, ਜਿਹੜੀ ਵੀ ਕੋਈ ਧਿਰ, ਜਿਹੜਾ ਵੀ ਕੋਈ ਵਰਤਾਰਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤ ਸਕਦਾ ਹੈ, ਉਹਦੇ ਹੱਕ ਦੇ ਵਿੱਚ ਪੂਰਾ ਹਿੰਦੂ ਸਮਾਜ ਡਟ ਕੇ ਖੜਿਆ। ਹੁਣ ਸਿੱਖ ਸਮਝਦੇ ਆ ਵੀ ਖਨੀ ਉਹੀ ਹਿੰਦੂ ਆ ਇਹ ਜਿਹੜਾ ਪਿਛਲੀਆਂ ਸਦੀਆਂ 'ਚ ਸੀ। ਨਹੀਂ ਭਾਈ, ਹਾਲਾਤ ਬਦਲ ਚੁੱਕੇ ਹੈ। ਅੱਜ ਦਾ ਹਿੰਦੂ ਜਿਹੜਾ ਹੈ, ਉਹਦੀ ਟੌਰ ਹੀ ਵੱਖਰੀ ਹੈ। ਆ ਜਿਹੜੇ ਸੂਰੀ ਵਰਗੇ ਟਟਪੂੰਜੀਏ ਉੱਠ ਕੇ ਤੁਹਾਡੇ ਇੱਜ਼ਤ ਨੂੰ ਪੈਂਦੇ ਆ, ਕੈਪਟਨ ਅਮਰਿੰਦਰ ਸਿੰਘ ਦੀ ਜ਼ਰੂਰਤ ਨਹੀਂ ਪੈਂਦੀ ਵੀ ਪੰਜਾਬ ਦਾ ਪੱਗ ਵਾਲਾ ਮੁੱਖ ਮੰਤਰੀ ਆ, ਸਿੱਖਾਂ ਦੇ ਘਰੇ ਜੰਮਿਆ ਮੈਂ। ਗੋਬਿੰਦ ਸਿੰਘ ਲੌਂਗੋਵਾਲ ਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ। ਅਕਾਲੀਆਂ ਦੀ ਜ਼ਰੂਰਤ ਨਹੀਂ ਪੈਂਦੀ। 36,000 ਨਿਹੰਗ ਦਲ ਤੁਰਿਆ ਫਿਰਦਾ,
ਕਿਸੇ ਦਾ ਹੈ ਖੌਫ ਸੂਰੀ ਨੂੰ। ਸੂਰੀ ਜਿਹੜਾ ਹੈ ਉਹ ਇੱਕ ਸਿੰਬਲ ਆ ਉਸ ਹਿੰਦੂ ਕੱਟੜਵਾਦ ਦਾ। ਆਉਣ ਵਾਲੇ ਦਿਨਾਂ 'ਚ, ਆਉਣ ਵਾਲੀਆਂ ਸਦੀਆਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਇਹੋ ਜਿਹੇ ਹਿੰਦੂ ਕੱਟੜਪੰਥੀ ਪੰਜਾਬ ਦੇ ਹਰ ਗਲੀ ਮੋੜ ਦੇ ਉੱਤੇ ਮਿਲਣਗੇ। ਇਹਨਾਂ 'ਚੋਂ ਹੀ ਬਣਨਾ ਜਿਹੜੇ ਆਲੇ ਦੁਆਲੇ ਅੱਜ ਸਾਨੂੰ ਬੀਬੇ ਬਾਲਕ ਜੀ ਦਿਖਦੇ। ਤੇ ਇਹ ਤੁਹਾਡੀਆਂ ਧੀਆਂ ਭੈਣਾਂ ਬਾਰੇ, ਤੁਹਾਡੀ ਇੱਜ਼ਤ ਬਾਰੇ ਜੋ ਸੋਚ ਰੱਖਦੇ ਆ, ਉਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ, ਅਲਜਬਰਾ ਤਾਂ ਹੈ ਨਹੀਂ ਜਿਹੜਾ ਤੁਹਾਨੂੰ ਸਮਝਾਉਣਾ ਪਵੇ ਮੈਨੂੰ। ਇਸ ਸਾਰੀ ਸਥਿਤੀ ਦੇ ਵਿੱਚ ਦੋ ਗੱਲਾਂ ਨੇ। ਇੱਕ ਤਾਂ ਉਹ ਚੀਜ਼ਾਂ ਨੇ, ਉਹ ਗੱਲਾਂ ਨੇ, ਉਹ ਵਿਅਕਤੀ ਨੇ ਜਿਹੜੇ ਉਹ ਮਾਹੌਲ ਸਿਰਜਦੇ ਆ ਜਿੱਥੇ ਸਿੱਖੀ ਅਤੇ ਸਿੱਖਾਂ ਦੀ ਜੂਤ ਪਤਾਣ ਦਾ ਪੱਕਾ ਪ੍ਰਬੰਧ ਵਾ। ਜਿਹੜੀਆਂ ਆ ਗੱਲਾਂ ਆਪਾਂ ਕਰਦੇ ਹਾਂ ਕਿ ਜੀ MLA ਬਣਾ ਲਓ, MP ਬਣਾ ਲਓ, ਨਵੀਂ ਪਾਰਟੀ ਬਣਾ ਲਓ, ਫਲਾਣੇ ਨੂੰ ਪ੍ਰਧਾਨਗੀ ਤੋਂ ਲਾ ਦਿਓ, ਫਲਾਣੇ ਨੂੰ ਪ੍ਰਧਾਨ ਬਣਾ ਲਓ, ਫਲਾਣੇ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਲਓ, ਫਲਾਣੇ ਨੂੰ ਆਹ ਕਰ ਦਿਓ, ਉਹ ਕਰ ਦਿਓ। ਇਹ ਸਾਰੀਆਂ ਜੂਤ ਪਤਾਣ ਨੂੰ ਪੱਕਾ ਕਰਨ ਵਾਲੀਆਂ ਗੱਲਾਂ ਨੇ। ਇਹ ਤੁਹਾਡੀ ਗੁਲਾਮੀ ਦੇ ਸੰਘਰਸ਼ ਨੂੰ ਹੋਰ ਜ਼ਿਆਦਾ ਲੰਮਾ ਤੇ ਪੱਕਾ ਕਰਨ ਵਾਲੀਆਂ ਗੱਲਾਂ ਨੇ। ਇੱਕ ਉਹ ਗੱਲਾਂ ਨੇ ਜਿਹਦੇ ਨਾਲ ਆਜ਼ਾਦੀ ਤਾਂ ਬੇਸ਼ੱਕ ਟਾਈਮ ਪਾ ਕੇ ਮਿਲੇ, ਪਰ ਤੁਹਾਡੇ ਬੰਦਿਆਂ ਦੀ ਸੋਚ, ਤੁਹਾਡੇ ਬੰਦਿਆਂ ਦਾ ਜਜ਼ਬਾ ਜਿਹੜਾ ਹੈ ਉਹ ਇੰਨਾ ਬੁਲੰਦ ਹੋਏਗਾ ਕਿ ਜਿਹੜਾ ਪੰਥ ਦਾ ਦੁਸ਼ਮਣ ਹੈ ਉਹਨੂੰ ਹਰ ਵਕਤ ਇੱਕ ਟੈਰਰ, ਇੱਕ ਦਹਿਸ਼ਤ ਦੇ ਮਾਹੌਲ ਵਿੱਚ ਜਿਉਣਾ ਪਊਗਾ। ਆ ਜਿਵੇਂ ਸੂਰੀ ਵਰਗੇ ਨਿੱਤ ਲਲਕਾਰੇ ਮਾਰਦੇ ਆ, ਇਹ ਗੱਲ ਨਹੀਂ ਹੋ। ਉਲਟਾ ਸਿੱਖੀ ਦੀ ਚੜ੍ਹਦੀ ਕਲਾ ਹੋਏਗੀ। ਯਾਦ ਕਰੋ 1984 ਤੋਂ ਬਾਅਦ ਦਾ ਮਾਹੌਲ, ਜਦੋਂ ਸਿੱਖ ਆਪਦੀ ਆਜ਼ਾਦੀ ਲਈ ਲੜ ਰਹੇ ਸੀ। ਹਰ ਸਿੱਖ ਅੰਮ੍ਰਿਤਧਾਰੀ ਹੋ ਕੇ ਬਾਣੀ ਤੇ ਬਾਣੇ ਨਾਲ ਜੁੜ ਕੇ ਨਸ਼ਿਆਂ ਦਾ ਤਿਆਗ ਕਰਕੇ ਆਪਦੇ ਧਰਮ ਦੇ ਸੁਨਹਿਰੀ ਅਸੂਲਾਂ ਨਾਲ ਜੁੜ ਰਿਹਾ ਸੀ। ਹਰੇਕ ਸਿੱਖ ਨੂੰ ਇਹ ਚਾਅ ਚੜ੍ਹਿਆ ਹੋਇਆ ਸੀ ਕਿ ਜੇ ਮੈਂ ਹੋਰ ਬਹੁਤਾ ਨਹੀਂ ਕਰ ਸਕਦਾ ਤਾਂ ਆਪਦੇ ਧਰਮ ਦੀ ਮਰਿਆਦਾ ਦੇ ਵਿੱਚ ਜਿੰਨਾ ਕੁ ਪੂਰਾ ਹੋ ਸਕਾਂ। ਮਾਪਿਆਂ ਨੇ ਰੋਕਣਾ ਕਈ ਵਾਰੀ ਮੁੰਡਿਆਂ ਨੂੰ, ਪਰ ਨੌਜਵਾਨ ਸ਼੍ਰੇਣੀ ਭੱਜ ਭੱਜ ਕੇ ਅੰਮ੍ਰਿਤਪਾਨ ਕਰਕੇ, ਖਾਲਸਾਈ ਦਸਤਾਰੇ, ਗਾਤਰੇ, ਕਿਰਪਾਨਾਂ, ਦਾੜੇ ਪ੍ਰਕਾਸ਼ ਕਰਕੇ ਨੌਜਵਾਨ ਜਿਹੜਾ ਸੀ ਉਹ ਜੂਝ ਰਿਹਾ ਸੀ। ਇਹ ਜ਼ਰੂਰੀ ਨਹੀਂ ਕਿ ਹਰੇਕ ਨੇ ਸਿੱਖ ਸੰਘਰਸ਼ ਦਾ ਹਿੱਸਾ ਹੀ ਬਣਨਾ ਸੀ, ਪਰ ਉਹ ਇਹ ਦਿਖਾ ਕੇ ਕਿ ਅਸੀਂ ਆਪਦੇ ਧਰਮ 'ਚ ਪਰਪੱਕ ਵਾਂ, ਇੰਨੀ ਗੱਲ ਦੇ ਨਾਲ ਵੀ ਦਿੱਲੀ ਨੂੰ ਇੱਕ ਤਰੀਕੇ ਨਾਲ ਵੰਗਾਰਨ ਜੋਗੇ ਸੀ। ਇਹ ਜ਼ਰੂਰੀ ਨਹੀਂ ਕਿ ਖਾੜਕੂ ਬਣਨਾ ਹੈ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਆ। ਜੇਕਰ ਕੋਈ ਸਿੱਖੀ ਵਿੱਚ ਪਰਪੱਕ ਹੈ, ਧਰਮ ਵਿੱਚ ਪਰਪੱਕ ਹੈ, ਨਿਤ ਨੇਮੀ ਤੇ ਭਜਨ ਬੰਦਗੀ ਵਾਲੀ ਜ਼ਿੰਦਗੀ ਜਿਉ ਰਿਹਾ ਹੈ, ਉਹ ਵੀ ਦਿੱਲੀ ਵਾਲਿਆਂ ਨੂੰ ਇੱਕ ਚੈਲੰਜ ਤੋਂ ਘੱਟ ਨਹੀਂ ਸੀ। ਪਰ ਅੱਜ ਇਹੋ ਜਿਹੇ ਹਜ਼ਾਰਾਂ ਸਾਧ, ਹਜ਼ਾਰਾਂ ਇਹੋ ਜਿਹੇ ਲੀਡਰ, ਹਜ਼ਾਰਾਂ ਇਹੋ ਜਿਹੀਆਂ ਸੰਸਥਾਵਾਂ, ਉਹ ਸਾਰਾ ਮਾਹੌਲ ਜਿਹੜਾ ਹੈ ਪੁੱਠਾ ਜਿਹਾ ਸਿਰਜਣ ਦੇ ਯਤਨ ਵਿੱਚ ਨੇ, ਜਿਹਦੇ ਵਿੱਚ ਸਿੱਖੀ ਅਤੇ ਸਿੱਖਾਂ ਦੀ ਗੁਲਾਮੀ ਜਿਹੜੀ ਹੈ ਉਹ ਹੋਰ ਜ਼ਿਆਦਾ ਪੱਕੀ ਹੁੰਦੀ। ਤੇ ਅੱਜ ਦੇ ਮਾਹੌਲ ਵਿੱਚ ਬੋਲਣਾ ਬੜਾ ਔਖਾ ਹੋ ਗਿਆ। ਜਦੋਂ ਵੀ ਕੋਈ ਬੰਦਾ ਬੋਲਦਾ, ਉਹਨੂੰ ਕਿਸੇ ਨਾ ਕਿਸੇ ਸਿੱਖਾਂ ਦੇ ਧੜੇ ਤੋਂ ਗਾਲਾਂ ਖਾਣੀਆਂ ਪੈਂਦੀਆਂ ਨੇ। ਚਾਹੇ ਢੱਡਰੀਆਂ ਵਾਲਿਆਂ ਦੇ ਚੇਲਿਆਂ ਤੋਂ ਗਾਲਾਂ ਖਾ ਲਓ ਕੋਈ ਗੱਲ ਕਹਿ ਕੇ, ਚਾਹੇ ਢੱਡਰੀਆਂ ਵਾਲਿਆਂ ਦੇ ਵਿਰੋਧੀਆਂ ਤੋਂ ਗਾਲਾਂ ਖਾ ਲਓ, ਚਾਹੇ ਕਾਂਗਰਸੀਆਂ ਤੋਂ ਗਾਲਾਂ ਖਾ ਲਓ, ਚਾਹੇ ਅਕਾਲੀਆਂ ਤੋਂ ਗਾਲਾਂ ਖਾ ਲਓ, ਚਾਹੇ ਮਿਸ਼ਨਰੀਆਂ ਤੋਂ ਗਾਲਾਂ ਖਾ ਲਓ, ਚਾਹੇ ਮਿਸ਼ਨਰੀਆਂ ਦੇ ਵਿਰੋਧੀਆਂ ਤੋਂ ਗਾਲਾਂ ਖਾ ਲਓ।
ਜਦੋਂ ਵੀ ਬੋਲੋਗੇ ਕਿਸੇ ਨਾ ਕਿਸੇ ਧਿਰ ਤੋਂ ਗਾਲਾਂ ਖਾਣੀਆਂ ਪੈਣਗੀਆਂ। ਇਹ ਕਿਹੋ ਜਿਹੇ ਦਿਨ ਆ ਗਏ, ਦੁਸ਼ਮਣ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਜਦੋਂ ਵੀ ਕੋਈ ਪੰਥਕ ਗੱਲ ਕਰਦਾ ਹੈ ਉਹਨੂੰ ਗਾਲਾਂ ਕੱਢਣ ਲਈ ਸਾਡੀ ਹੀ ਕੌਮ ਦੇ ਅੰਦਰੋਂ ਸੂਰਬੀਰ ਯੋਧੇ ਆ ਜਾਂਦੇ ਆ। ਪੱਗਾਂ ਵੀ ਬੜੀਆਂ ਵਧੀਆ ਹੁੰਦੀਆਂ ਨੇ, ਕਈਆਂ ਦੇ ਗਾਤਰੇ ਕਿਰਪਾਨਾਂ ਵੀ ਹੁੰਦੇ ਆ। ਉਹ ਕਹਿੰਦੇ ਆ ਜਾਂ ਤਾਂ ਜੋ ਸਾਡਾ ਲੀਡਰ, ਸਾਡੀ ਜਥੇਬੰਦੀ ਜਿਵੇਂ ਕਹਿੰਦੇ ਆ ਉਵੇਂ ਚੱਲੋ, ਨਹੀਂ ਤੁਹਾਡੀ ਧੀ ਦੀ ਭੈਣ ਦੀ। ਮਿਸ਼ਨਰੀ, ਟਕਸਾਲੀ, ਅਕਾਲੀ, ਕਾਂਗਰਸੀ, ਢੱਡਰੀਏ, ਫਲਾਨਾ, ਇਹ ਸਾਰੇ ਦੇ ਸਾਰੇ ਜਿਹੜੇ ਅਸੀਂ ਇਹੋ ਜਿਹੇ ਕਿਉਂ ਬਣ ਗਏ? ਅਸੀਂ ਆਪਦੇ ਕੌਮ ਦੇ ਸ਼ਾਨਦਾਰ ਤੇ ਸੁਨਹਿਰੀ ਭਵਿੱਖ ਲਈ ਲੜਨ ਦੀ ਬਜਾਏ ਅੱਜ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਇੱਕ ਦੂਜੇ ਨੂੰ ਗੰਦ ਬਕਣ ਦਾ ਠੇਕਾ ਦੇ ਦਿੱਤਾ। ਮੇਰੀ ਉਮਰ 50 ਕੁ ਸਾਲ ਆ, ਜਿਹਦੇ ਵਿੱਚ 15 ਕੁ ਸਾਲ ਦੀ ਉਮਰ ਜਦੋਂ ਸੁਰਤ ਸੰਭਾਲਦਾ ਬੰਦਾ ਮੁੰਡਾ, ਉਦੋਂ ਤੋਂ ਗੜਬੜਾਂ ਤਾਂ ਜ਼ਿੰਦਗੀ 'ਚ ਬਥੇਰੀਆਂ ਕਮੀਆਂ ਹੁੰਦੀਆਂ, ਮਨੁੱਖ ਮਾਂ ਔਗਣ ਹੁੰਦੇ, ਸਾਰਿਆਂ ਦੇ ਹੁੰਦੇ। ਪਰ ਸਾਨੂੰ ਉਦੋਂ ਇਹ ਪਤਾ ਸੀ ਕਿ ਸਾਡਾ ਦੁਸ਼ਮਣ ਕੌਣ ਆ ਤੇ ਪੰਥ ਦੀ ਚੜ੍ਹਦੀ ਕਲਾ ਲਈ ਲੜਨ ਵਾਲੀ ਧਿਰਾਂ ਕਿਹੜੀਆਂ ਨੇ। ਤੇ ਸਾਨੂੰ ਉਹਨਾਂ ਧਿਰਾਂ ਨੇ ਇਹ ਨਹੀਂ ਸਿਖਾਇਆ ਕਿ ਜਿਹੜੇ ਹੋਰ ਪੰਥਕ ਆਗੂ ਨੇ ਜਾਂ ਪੰਥਕ ਧਿਰਾਂ ਨੇ ਵੀ ਜੇ ਉਹਨਾਂ ਨਾਲ ਆਪਣੀ ਕਿਸੇ ਮਸਲੇ ਉੱਤੇ ਸਹਿਮਤੀ ਨਹੀਂ, ਆਪਣੀ ਉਹਨਾਂ ਨਾਲ ਸੁਰ ਨਹੀਂ ਰਲਦੀ, ਵੀ ਆਪਾਂ ਉਹਨਾਂ ਨੂੰ ਗੰਦ ਬਕਣਾ। ਪਰ ਅੱਜ ਤਾਂ ਹੱਦ ਹੋਈ ਪਈ ਹੈ। ਅੱਜ ਆਪਣੀ ਕੌਮ ਦੀ એનર્ਜੀ ਆ ਜਿਹੜੀ, ਅੱਜ ਦੇ ਨੌਜਵਾਨ ਜਿਹੜੇ ਨੇ ਉਹ ਕੀ ਕਰ ਰਹੇ? ਜਦੋਂ ਅਸੀਂ ਮਰਾਂਗੇ, ਮਰਨ ਤੋਂ ਬਾਅਦ, ਮਰਨ ਵੇਲੇ ਸਾਡੇ ਮਨ ਨੂੰ ਤਸੱਲੀ ਹੋਏਗੀ ਕਿ ਭਾਵੇਂ ਬਹੁਤ ਵੱਡਾ ਮਾਰਕਾ ਨਹੀਂ ਮਾਰ ਸਕੇ, ਪਰ ਸਾਰੀ ਜ਼ਿੰਦਗੀ ਖੜੇ ਤਾਂ ਪੰਥ ਵੱਲ ਰਹੇ, ਭੁਗਤੇ ਤਾਂ ਸਦਾ ਪੰਥ ਵੱਲ। ਤੇ ਦੂਜੇ ਪਾਸੇ ਸਾਡੇ ਬਾਰੇ ਮਰਨ ਤੋਂ ਬਾਅਦ ਦਸਾਉਣ ਵਾਲੇ ਬੰਦੇ ਹੁੰਦੇ ਆ, ਸ਼ਰਧਾਂਜਲੀਆਂ ਭੇਂਟ ਕਰਦੇ, ਉਹ ਵੀ ਕੁਝ ਚਾਰ ਸ਼ਬਦ ਬੋਲਣ ਜੋਗੇ ਹੋਣਗੇ ਕਿ ਆਹ ਕੀਤਾ ਸੀ। ਜਿਹੜਾ ਕੁਝ ਇੱਕ ਜਵਾਨ ਉਮਰ ਦੇ ਵਿੱਚ ਜਜ਼ਬਾ ਹੁੰਦਾ ਬੰਦੇ ਦਾ, ਜਿਹੜਾ ਥਾਣੇ ਕਚਹਿਰੀਆਂ ਦਾ ਉਦੋਂ ਡਰ ਨਹੀਂ ਹੁੰਦਾ। ਮੈਂ ਇਹ ਸਮਝਦਾ ਕਿ ਪਿਛਲੀ ਪੀੜ੍ਹੀ ਨੇ ਤੇ ਸਾਤੋਂ ਪਿਛਲੀ, ਉਸ ਤੋਂ ਪਿਛਲੀ ਪੀੜ੍ਹੀ ਨੇ ਵੀ ਪੰਥ ਦੀ ਚੜ੍ਹਦੀ ਕਲਾ ਲਈ ਬਹੁਤ ਜਫਰ ਜਾਲੇ, ਜਿਹੜਾ ਕੱਟੀਆਂ, ਠਾਣੇ ਭੁਗਤੇ, ਕਈ ਚੜ੍ਹਾਈ ਵੀ ਕਰ ਗਏ, ਸ਼ਹੀਦੀਆਂ ਪਾ ਗਏ, ਕਈ ਜਿਹੜੇ ਨੇ ਬਚ ਗਏ। ਤੇ ਆਪੋ ਆਪਦੇ ਜੀਵਨ ਦੇ ਵਿੱਚ ਅੱਜ ਵੀ ਉਹਨਾਂ ਦੇ ਸਿੱਖੀ ਪ੍ਰਤੀ ਜਿਹੜੇ ਜਜ਼ਬੇ ਨੇ ਉਹ ਹੈਗੇ ਆ ਕਿ ਪੰਥ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ। ਪਰ ਜਿਹੜਾ ਯੂਥ ਇਸ ਟਾਈਮ 15 ਤੋਂ 25-30 ਸਾਲ ਦੇ ਵਿਚਾਲੇ ਆ, ਉਹਨਾਂ ਨੂੰ ਦੇਖ ਕੇ ਬੜਾ ਮਨ ਦੁਖੀ ਹੁੰਦਾ ਕਿ ਇਹ ਜਿਹੜੇ ਨੌਜਵਾਨ ਨੇ, ਇਹਨਾਂ ਦੇ ਮਾਪੇ, ਇਹਨਾਂ ਦੇ ਚਾਚੇ, ਮਾਮੇ ਤੇ ਹੋਰ ਰਿਸ਼ਤੇਦਾਰ, ਇਹਨਾਂ ਦੀਆਂ ਜਥੇਬੰਦੀਆਂ ਦੇ ਆਗੂ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਸਿੱਖਾਂ ਦੇ ਘਰੇ ਜੰਮੇ ਹੋ, ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢਣ ਲਈ ਨਹੀਂ ਆਏ ਧਰਤੀ। ਜੇਕਰ ਦੂਜੀ ਜਥੇਬੰਦੀ, ਦੂਜੇ ਆਗੂ ਨੇ ਕੋਈ ਭੈੜੀ ਗੱਲ ਕੀਤੀ ਆ, ਜੇ ਆਪਾਂ ਉਹਦੇ ਨਾਲ ਸਹਿਮਤ ਨਹੀਂ ਵੀ ਹੈਗੇ ਤਾਂ ਆਪਣੀ ਲੜਾਈ ਦਿੱਲੀ ਨਾਲ ਰਹਿਣੀ ਚਾਹੀਦੀ ਆ, ਦੁਸ਼ਮਣ ਨਾਲ ਰਹਿਣੀ ਚਾਹੀਦੀ ਆ। ਆਪਾਂ ਆਪਦੀ ਕੌਮ ਦੇ ਦੂਜੇ ਹਿੱਸਿਆਂ ਨਾਲ ਲੜਨਾ ਨਹੀਂ ਹੈ। ਸੋਸ਼ਲ ਮੀਡੀਆ ਦੇ ਉੱਤੇ ਮੇਰੇ ਬੱਚਿਆਂ ਬਾਰੇ, ਮੇਰੀ ਸਿੰਘਣੀ ਬਾਰੇ, ਮੇਰੇ ਬਾਰੇ ਕਿਸੇ ਖਾਸ ਧਿਰ ਨੇ ਬਹੁਤ ਜ਼ਿਆਦਾ ਨੀਚਤਾ ਭਰਪੂਰ ਗੱਲਾਂ ਲਿਖੀਆਂ 5-7 ਸਾਲ ਪਹਿਲਾਂ। ਮੈਂ ਕਮਜ਼ੋਰ ਨਹੀਂ ਹਾਂ। ਮੈਂ ਜਿਹੜੇ ਜਾਣਦੇ ਆ ਭੈਣ ਭਰਾ,
ਉਹਨਾਂ ਨੂੰ ਪਤਾ ਹੈ ਕਿ ਜੇ ਕੋਈ ਬੰਦਾ ਤੁਰ ਪਵੇ ਤਾਂ ਸਾਰਾ ਕੁਝ ਹੀ ਕਰ ਸਕਦਾ। ਪਰ ਪੋਜ਼ਿਟਿਵਿਟੀ ਮਾਈਂਡ ਵਿੱਚ ਰੱਖੀ ਉਹ ਸਾਰੀ ਗੰਦਗੀ ਨੂੰ ਲੋਕਾਂ ਨੇ, ਸੰਗਤਾਂ ਨੇ, ਉਹਨਾਂ ਨੂੰ, ਧੀ ਭੈਣ ਇੱਕ ਕਰਨ ਵਾਲਿਆਂ ਨੂੰ, ਉਹਨਾਂ ਨੂੰ ਜੋ ਕੁਝ ਕਹਿਣਾ ਸੀ ਕਹਿ ਲਿਆ। ਅਸੀਂ ਹਾਂ ਪੱਖੀ ਰਾਹ ਆਪਦਾ ਫੜ ਲਿਆ ਅਤੇ ਅੱਜ ਪੰਥ ਨੂੰ, ਕੌਮ ਨੂੰ, ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਚੱਲ ਰਹੇ ਹਾਂ। ਅਤੇ ਮੇਰੇ ਬਿਰਧ ਪਿਓ ਜਦੋਂ ਚੜ੍ਹਾਈ ਕਰਨਾ ਸੀ, ਮੇਰੀ ਬਿਰਧ ਮਾਂ ਨੂੰ ਇਸ ਗੱਲ ਦਾ ਸਕੂਨ ਤਾਂ ਹੈ, ਆਪਦੇ ਆਪ ਨੂੰ ਵੀ ਤਸੱਲੀ ਹੈ ਕਿ ਆਪ ਦਾ ਨਿਸ਼ਾਨਾ ਨਹੀਂ ਤਿਆਗਿਆ, ਨਹੀਂ ਤਾਂ ਕਿਸੇ ਦਾ ਸਿਰ ਪਾੜ ਕੇ ਜੇਲ੍ਹ ਜਾਣਾ ਕਿੱਡੀ ਕੁ ਵੱਡੀ ਗੱਲ ਹੈ। ਸੋ ਆਪਾਂ ਜਿਹੜੇ ਭੈਣ ਭਰਾ ਇੱਕ ਦੂਜੇ ਦੇ ਨਾਲ ਸਿੱਖ ਹੋਣ ਦੇ ਕਰਕੇ ਲੜੀ ਜਾਂਦੇ ਆ। ਭਾਈ ਸਿੱਖਾਂ 'ਚ ਵਖਰੇਵੇਂ ਅਤੇ ਵੰਡੀਆਂ, ਆਪਸੀ ਤਕਰਾਰਾਂ, ਇਹ ਤਾਂ ਮਿਸਲਾਂ ਵੇਲੇ ਦੀ ਸੀ। ਇਹ ਤਾਂ 18ਵੀਂ 19ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਦੇਖ ਲਓ। 6 ਰਿਆਸਤਾਂ ਜਦੋਂ ਬਣੀਆਂ ਨੇ ਉਦੋਂ ਵੀ ਸਿੱਖ ਇੱਕ ਦੂਜੇ ਦੇ ਨਾਲ ਇਲਾਕਿਆਂ ਪਿੱਛੇ ਵੀ ਲੜਦੇ ਰਹੇ ਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਵਾਧੇ ਵਿੱਚ ਜਾਂ ਹੋਰ ਕਈ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸਮਝ ਆਉਣੀ ਚਾਹੀਦੀ, ਪਰ ਇਹ ਕੋਈ ਚੰਗੀ ਗੱਲ ਨਹੀਂ। ਕਹਿੰਦੇ ਆ ਘਰ ਪਾਟਾ ਦਹਿਸਰ ਹਾਰੇ। ਜਿਹੜਾ ਰਾਵਣ ਸੀ ਬਹੁਤ ਵੱਡੀ ਗੱਲ ਸੀ। ਰਾਵਣ ਬੜਾ ਵਿਦਵਾਨ ਤੇ ਸਿਆਣਾ ਮੰਨਿਆ ਜਾਂਦਾ ਸੀ, ਬੜਾ ਸੋਨੇ ਦੀ ਲੰਕਾ ਦੀਆਂ ਗੱਲਾਂ ਵੀ ਹੈ, ਹੋਰ ਬੜਾ, ਪਰ ਸਾਰਾ ਕੁਝ ਉਹਦਾ ਭਰਾ ਸੀ ਜਿਹੜਾ ਵਿਭੀਸ਼ਣ, ਕਰਤਾ ਨਾ ਉਹਨੇ ਸਾਰਾ ਫਨਾ। ਸਾਡੀ ਅੰਦਰਲੀ ਫੁੱਟ ਸਾਨੂੰ ਲੈ ਬੈਠੂ। ਆ ਜਿਹੜੇ ਲੜਦੇ ਫਿਰਦੇ ਆ ਇੱਕ ਦੂਜੇ ਦੀ ਧੀ ਦੀ ਭੈਣ ਦੀ ਕਰਦੇ ਫਿਰਦੇ ਆ, ਉਹ ਜਦੋਂ ਤੁਸੀਂ ਵੱਡੀ ਉਮਰ 'ਚ ਹੋ ਗਏ ਤੁਸੀਂ ਸ਼ਰਮਿੰਦੇ ਹੋਇਆ ਕਰਨਾ। ਆ ਜਿਹੜਾ ਅਸਲੀ ਅਤੇ ਨਕਲੀ ਫੇਸਬੁੱਕ ਖਾਤਿਆਂ ਤੋਂ ਮਾੜਾ ਚੰਗਾ ਲਿਖ ਰਹੇ ਹੋ, ਇਹ ਇੱਥੇ ਹੀ ਘੁੰਮੀ ਜਾਣਾ। ਹਰ ਰੋਜ਼ ਸਵੇਰੋਂ ਜਦੋਂ ਫੇਸਬੁੱਕ ਖੋਲ੍ਹਦੇ ਆ ਤਾਂ ਉੱਤੇ ਆ ਜਾਂਦਾ ਕਿ ਆਹ 2 ਸਾਲ ਪਹਿਲਾਂ ਤੁਸੀਂ ਆਹ ਪੋਸਟ ਲਿਖੀ ਸੀ, ਆਹ 8 ਸਾਲ ਪਹਿਲਾਂ ਲਿਖੀ ਸੀ, ਆਹ ਤੁਹਾਡੀ 7 ਸਾਲ ਪੁਰਾਣੀ ਪੋਸਟ ਹੈ। ਭਾਈ ਜਿਹੜਾ ਆਪਾਂ ਇਹ ਗੰਦ ਲਿਖ ਰਹੇ ਹਾਂ, ਇਹ ਜਿਹੜੀਆਂ ਗਾਲਾਂ ਲਿਖ ਰਹੇ ਹਾਂ, ਇਹ ਸਾਨੂੰ ਲੈ ਪੈਣਗੇ। ਲੜਨਾ ਸੀ ਦੁਸ਼ਮਣ ਨਾਲ ਸੀ, ਆਪਸ ਵਿੱਚ ਹੀ ਲੜਦੇ ਹਾਂ। ਨਿਸ਼ਾਨਾ ਹੋਣਾ ਚਾਹੀਦਾ ਸੀ ਪੰਥ ਦੀ ਚੜ੍ਹਦੀ ਕਲਾ। ਨਿਸ਼ਾਨਾ ਅਸੀਂ ਬਣਾ ਲਿਆ ਕਿ ਫਲਾਣੇ ਬੰਦੇ ਦੀ ਜੈ ਜੈਕਾਰ ਸਾਰਿਆਂ ਤੋਂ ਕਰਵਾਉਣੀ ਆ, ਜਿਹੜਾ ਨਹੀਂ ਕਰਦਾ ਜਾਂ ਸਾਡੀ ਜਥੇਬੰਦੀ ਦੀ ਲਾਤੇ ਠਾਂਦੀ ਨਹੀਂ ਨਿੰਘਦਾ, ਉਹਦਾ ਅਸੀਂ ਆਹ ਕਰ ਦਿਆਂਗੇ ਤੇ ਉਹ ਕਰ ਦਿਆਂਗੇ। ਹੁਣ ਇੱਕ ਸਥਿਤੀ ਤਾਂ ਉਹ ਆ ਜਦੋਂ ਆਪਾਂ ਪੰਥ ਦੀ ਚੜ੍ਹਦੀ ਕਲਾ ਕਰ ਸਕਦੇ ਹਾਂ। ਜਿਹੜੇ ਸਾਡੀ ਪਿਛਲੀ ਪੀੜ੍ਹੀ ਦੇ ਸ਼ਹੀਦ ਸਿੰਘ ਨੇ, ਉਹ ਜਿਸ ਨਿਸ਼ਾਨੇ ਲਈ ਲੜੇ ਸੀ, ਇੱਕ ਪਾਸੇ ਦੁਸ਼ਮਣ ਸਾਨੂੰ ਨੱਪੀ ਤੁਰਿਆ ਆਉਂਦਾ, ਇੱਕ ਪਾਸੇ ਸੂਰੀ ਵਰਗੇ ਟਟਪੂੰਜੀਏ ਸਾਡੀ ਇੱਜ਼ਤ ਨੂੰ ਲੀਰਾ ਲੀਰ ਕਰ ਰਹੇ ਨੇ। ਤੇ ਆਪਣਾ ਸਾਰਿਆਂ ਦਾ ਹਾਲ ਇਹ ਹੈ ਕਿ ਇੱਕ ਦੂਜੇ ਦੀ ਧੀ ਦੀ ਭੈਣ ਦੀ ਕਰ ਲੱਗੀ। ਇਹ ਸਾਰਾ ਮਾਹੌਲ ਜਿਹੜਾ ਹੈ ਜਦੋਂ ਦੇਖਦੇ ਹਾਂ ਉਦੋਂ ਮਨ ਨੂੰ ਬਹੁਤ ਭਾਰੀ ਠੇਸ ਪਹੁੰਚਦੀ। ਕਈ ਇਹੋ ਜਿਹੇ ਸੰਘਰਸ਼ ਵਾਲੇ ਸਿੰਘ ਨੇ ਜਿਹੜੇ ਝੂਰਦੇ ਆ, ਜਦੋਂ ਉਹਨਾਂ ਨਾਲ ਗੱਲ ਕਰੀਦੀ ਆ ਜਾਂ ਮਿਲਣ ਜਾਈਦਾ, ਉਹ ਕਹਿਣਗੇ ਯਾਰ ਆਹ ਕੀ ਹੋ ਗਿਆ, ਆਹ ਚੱਜ ਹੋ ਗਈ ਆਪਣੀ ਕੌਮ। ਉਹਨਾਂ ਨੂੰ ਕੀ ਦੱਸੀਏ ਕਿ ਤੁਸੀਂ ਅੱਜ ਚਿੱਟੀਆਂ ਦਾੜੀਆਂ ਵਾਲੇ, ਤੁਸੀਂ ਇਹਨਾਂ ਜਿਹੜੇ ਆਹ ਨਵੇਂ ਉੱਠੇ ਆ ਯੋਧੇ, ਇਹਨਾਂ ਦੀ ਨਜ਼ਰ ਵਿੱਚ ਤੁਸੀਂ ਤਾਂ ਕੱਖ ਵੀ ਨਹੀਂ। ਇਹ ਲੋਕ ਤਾਂ ਕਹਿੰਦੇ ਕਹਾਉਂਦੇ ਸੂਰਵੀਰ ਯੋਧਿਆਂ ਦੀ ਸ਼ਾਨ ਰੋਲਣ ਲੱਗੇ ਸਕਿੰਟ ਲਾਉਂਦੇ ਆ,
ਇਹਨਾਂ ਦੀ ਨਜ਼ਰ ਵਿੱਚ ਕੋਈ ਕੁਛ ਨਹੀਂ। ਜਦੋਂ ਕੌਮਾਂ ਇਹੋ ਜਿਹੇ ਹਾਲਾਤਾਂ ਦਾ ਸ਼ਿਕਾਰ ਹੋ ਜਾਣ, ਜਦੋਂ ਆਪਸੀ ਪਾਟੋ ਧਾੜ, ਆਪਸੀ ਨਫ਼ਰਤ ਇਸ ਤਰੀਕੇ ਨਾਲ ਹੋਵੇ, ਤੇ ਦੁਸ਼ਮਣ ਨੂੰ ਹੋਰ ਕੀ ਚਾਹੀਏ। ਸੋ ਇਸ ਕਰਕੇ ਅੱਜ ਜਿਹਨੂੰ ਜੀ ਕਰਦਾ ਉਹ ਚੱਕ ਕੇ ਲੈ ਜਾਂਦੇ ਆ। ਅੱਜ ਬਟਾਲੇ 'ਚ ਕਿਸੇ ਦੀ ਪੱਗ ਲਾਹਤੀ, ਰਾਤ ਗੱਗੂ ਚੱਕ ਲਿਆ ਸੀ, ਕੱਲ੍ਹ ਗਿਆਸਪੁਰਾ ਫੜ ਲਿਆ ਸੀ, ਅੱਜ ਮੰਝਪੁਰ ਨੇ ਪੋਸਟ ਪਾਈ ਵੀ ਜਿਹੜੇ ਨੌਜਵਾਨ ਬੱਚੇ ਫੜੇ ਆ ਉਹਨਾਂ ਦੀ ਬੇਲ ਐਪਲੀਕੇਸ਼ਨ ਲਾਈ ਸੀ ਰੱਦ, ਇਹ ਕਹਿ ਕੇ ਕੀਤੀ ਆ, ਦਲੀਲ ਇਹ ਦਿੱਤੀ ਗਈ ਆ ਕਿ ਇਹਨਾਂ ਦੀ ਵਿਚਾਰਧਾਰਾ ਵੱਖਰੀ ਹੈ। ਅੱਗੇ ਕਹਿੰਦੇ ਹੁੰਦੇ ਸੀ ਕੋਈ ਗੱਲ ਨਹੀਂ, ਦਾ ਤਾਂ ਹੱਕ ਵਾ, ਪਰ ਕੋਈ ਕ੍ਰਾਈਮ, ਕੋਈ ਅਸਲਾ ਬਰਾਮਦਗੀ, ਕੋਈ ਇੱਦਾਂ ਦੀ ਗੱਲ, ਬੇਲ ਮਿਲ ਜਾਂਦੀ ਸੀ। ਹੁਣ ਜਿਹੜੇ ਤਾਂ ਬੰਦੇ ਪੰਥ ਦਾ ਪਿਆਰ ਰੱਖਦੇ ਆ ਉਹਨਾਂ ਨੂੰ ਤਾਂ ਸਾਲਾਂ ਬੱਧੀ ਜੇਲ੍ਹ 'ਚ ਡੱਕੀ ਰੱਖਣ ਦੇ ਲਈ ਇੰਨਾ ਕਹਿਦਾ ਕਰਨਗੇ ਕਿ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈ, ਇਸ ਕਰਕੇ ਬਾਹਰ ਨਿਕਲਣਾ ਇਹਨਾਂ ਲਈ ਗਲਤ। ਹਰ ਚੜ੍ਹਦੀ ਸਵੇਰ ਕੋਈ ਮਾੜੀ ਕੋਈ ਗੱਲ ਮਿਲ ਜਾਂਦੀ ਹੈ। ਬੈਰੀ ਦਾ ਹਮਲਾ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ। ਇਸ ਮਾਹੌਲ ਦੇ ਵਿੱਚ ਕਈ ਬੰਦੇ ਨਿਰਾਸ਼ ਹੋ ਗਏ। 10-15 ਸਾਲ ਪਹਿਲਾਂ ਇੱਕ ਸਾਡੇ ਸੱਜਣ ਜਲੰਧਰ ਤੋਂ ਭਾਈ ਕੁਲਵੀਰ ਸਿੰਘ ਕੌੜਾ, ਉਹਨਾਂ ਨੇ ਕਿਤਾਬ ਲਿਖੀ ਜਿਹਦਾ ਟਾਈਟਲ ਸੀਗਾ ਸਿੱਖ ਵੀ ਨਿਗਲਿਆ ਗਿਆ। ਜਦੋਂ ਕਿਤਾਬ ਪੜ੍ਹੀ ਹੀ ਮੈਂ ਭਾਈ ਸਾਹਿਬ ਨਾਲ ਉਹਦੇ ਬਾਰੇ ਇਤਰਾਜ਼ ਕੀਤਾ ਸੀ, ਟਾਈਟਲ ਬਾਰੇ। ਇੱਕ ਵਾਰੀ ਭਾਜੀ ਹਰਸਿਮਰਨ ਸਿੰਘ ਉਹਨਾਂ ਕੋਲ ਬੈਠਿਆ, ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਕੀਤਾ ਸੀ ਵੀ ਨਿਗਲਿਆ ਨਹੀਂ ਗਿਆ, ਅਜੇ ਜੰਗ ਜਾਰੀ ਹੈ, ਅਜੇ ਸਿੱਖਾਂ ਨੇ ਹਾਰ ਨਹੀਂ ਮੰਨੀ, ਅਜੇ ਜੇ ਅਸੀਂ ਜੰਗ ਜਿੱਤੇ ਨਹੀਂ ਤਾਂ ਜੰਗ ਹਾਰੇ ਵੀ ਨਹੀਂ, ਅਜੇ ਗੁਰੂ ਦਾ ਖਾਲਸਾ ਆਪਦੇ ਰਾਜ ਭਾਗ ਲਈ, ਆਪਦੀ ਹੋਂਦ ਹਸਤੀ ਲਈ, ਆਪਦੇ ਧਰਮ ਲਈ, ਆਪਦੀ ਬੋਲੀ ਲਈ, ਆਪਦੇ ਸੱਭਿਆਚਾਰ ਦੀ ਰਾਖੀ ਲਈ ਅਜੇ ਲੜ ਰਿਹਾ, ਅਜੇ ਅੜਿਆ ਹੋਇਆ, ਅਜੇ ਜੰਗ ਹਾਰੇ ਨਹੀਂ, ਅਜੇ ਸਿੱਖ ਹੜੱਪਿਆ ਨਹੀਂ ਗਿਆ। ਹਾਂ, ਦੁਸ਼ਮਣ ਚਾਲਾਂ ਪੂਰੀਆਂ ਚੱਲ ਰਿਹਾ ਤੇ ਸਾਡੇ ਘਰ ਦੀ ਫੁੱਟ ਵੀ ਸਾਨੂੰ ਮਾਰ ਰਹੀ ਆ। ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਨੇ ਕਿ ਹਰੇਕ ਬੰਦਾ ਇੱਥੋਂ ਭੱਜ ਜਾਣਾ ਚਾਹੁੰਦਾ, ਤੇ ਬੜੇ ਘੱਟ ਨੇ ਜਿਹੜੇ ਸਾਡੇ ਵਾਂਗੂ ਕਮਲ ਕੁੱਟਦੇ ਆ। ਕਈ ਭੈਣ ਭਰਾਵਾਂ ਨੇ ਕਿਹਾ ਤੁਸੀਂ ਵੀ ਨਿਕਲ ਜਾਓ। ਬੱਚੀ ਦਾ, ਪਰਿਵਾਰ ਦਾ ਦੇਖੋ, ਤੁਸੀਂ ਸਾਰੀ ਉਮਰ ਕਸ਼ਟ ਭੋਗਿਆ, ਸ਼ਾਇਦ ਕੋਈ ਬਾਹਰਲੇ ਮੁਲਕ 'ਚ ਤੁਹਾਨੂੰ ਸਿਆਸੀ ਸ਼ਰਨ ਮਿਲ ਜੇ, 4 ਦਿਨ ਸੌਖੇ ਲੰਘ ਜਾਣ, ਪਰ ਜਦੋਂ ਗੱਲ ਸੋਚੀ ਦੀ ਆ ਵੀ ਜੇ ਇਸ ਧਰਤੀ ਲਈ ਲੜੇ ਆ, ਜੇ ਇਹਨੂੰ ਹੀ ਛੱਡ ਕੇ ਭੱਜ ਜਾਣਾ। ਪਰ ਕਦੇ ਕਦੇ ਮਨ ਦੇ ਉੱਤੇ ਭਾਈਚਾਰੇ ਦਾ ਗੱਲਾਂ ਦਾ ਅਸਰ ਵੀ ਹੁੰਦਾ। ਦੂਜੇ ਪਾਸੇ ਇਹ ਆਉਂਦਾ ਕਿ ਇਸ ਗੱਲ ਲਈ ਤਾਂ ਲੜਨਾ, ਇੱਥੋਂ ਜਾ ਕੇ ਕੀ ਕਰਨਾ, ਇੱਥੇ ਹੀ ਰਵਾਂਗੇ, ਇੱਥੇ ਹੀ ਲੜਾਂਗੇ। ਇਵੇਂ ਹੀ ਬਹੁਤ ਸਾਰੇ ਇਹੋ ਜਿਹੇ ਗੱਲਾਂ ਮਿਲਦੀਆਂ ਨੇ ਕਿ ਸਿੱਖੀ ਦੇ ਐਸੇ ਹਿੱਸੇ ਵਿੱਚ ਬ੍ਰਾਹਮਣਵਾਦ ਆ ਗਿਆ, ਤਾਂ ਉਦੋਂ ਸੋਚੀਦਾ ਕਿ ਜੇ ਹਾਰ ਮੰਨ ਲਈ ਵੀ ਆ ਗਿਆ ਬ੍ਰਾਹਮਣਵਾਦ, ਫਿਰ ਤਾਂ ਕੰਮ ਖਤਮ, ਚਲੋ ਲੜੀਏ। ਲੋਕਾਂ ਨੂੰ ਆ ਨਿੱਤ ਜਿਹੜਾ ਬੋਲਦੇ ਆ, ਆ ਨਿੱਤ ਜਿਹੜਾ ਲਿਖਦੇ ਆ ਫੇਸਬੁੱਕ 'ਤੇ, ਇਹ ਕੋਈ ਨੋਟ ਛਾਪਣ ਲਈ ਨਹੀਂ ਲਿਖਦੇ, ਇਹ ਕੋਈ ਆਪਦੀ ਵਡਿਆਈ ਲਈ ਨਹੀਂ ਲਿਖਦੇ ਕਿ ਅਸੀਂ ਬੜੇ ਸਿਆਣੇ ਆ। ਕੱਲ੍ਹ ਵੀ ਇੱਕ ਸੱਜਣ ਨਾਲ ਗੱਲ ਹੋਈ, ਮੈਂ ਕਿਹਾ ਜੀ ਅਸੀਂ ਕਮਲੇ ਹਾਂ, ਸਾਨੂੰ ਅਕਲ ਘੱਟ ਹੋ ਸਕਦੀ ਹੈ, ਅਸੀਂ ਤੁਹਾਡੇ ਮਗਰ ਲੱਗ ਕੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਨਹੀਂ ਟੇਕ ਸਕਦੇ, ਅਸੀਂ ਆਜ਼ਾਦ ਹੋਂਦ ਹਸਤੀ ਦਾ ਝੰਡਾ ਚੱਕੀ ਰੱਖਣਾ ਚਾਹੁੰਦੇ ਹਾਂ, ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਲੜਨ ਮਰਨ ਦਾ ਹਜੇ ਹਾਰ ਨਹੀਂ ਮੰਨਣ ਨੂੰ ਜੀ ਕਰਦਾ। ਹਾਰ ਹੋ ਜਾਣੀ ਹੋਰ ਗੱਲ ਆ, ਹਾਰ ਮੰਨ ਲੈਣੀ ਹੋਰ ਗੱਲ ਆ। ਅਸੀਂ ਉਹਨਾਂ ਵਿੱਚੋਂ ਆ ਜਿਹੜੇ ਅੜਨਾ ਚਾਹੁੰਦੇ ਆ, ਲੜਨਾ ਚਾਹੁੰਦੇ। ਤੇ ਤੁਸੀਂ ਜੇਕਰ ਕਹਿੰਦੇ ਹੋ ਕਿ ਤੁਸੀਂ ਸਿਆਣੇ ਆ, ਤੁਸੀਂ MLA ਬਣ ਜਾਓਗੇ, MP ਬਣ ਜਾਓਗੇ, ਮੈਂ ਆਖਿਆ ਸਾਡੇ
ਰਾਏਕੋਟ ਹਲਕੇ ਦੇ ਵਿੱਚ ਮੈਂ ਚਾਹਾਂ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਕੇ ਮੈਂਬਰ ਬਣ ਜੂੰਗਾ, ਪਰ ਮੇਰੇ ਪੱਲੇ ਕੀ ਹੋਊਗਾ ਜੇਕਰ ਸਾਡੇ ਨਾਲ ਸਾਡੇ ਮਿੱਤਰਚਾਰੇ 'ਚ ਜੱਗਾ ਹੁੰਦਾ ਸੀ ਹਿੱਸੋਵਾਲ ਪਿੰਡ ਤੋਂ। ਅੱਜ ਉਹ ਰਾਏਕੋਟ ਹਲਕੇ 'ਚੋਂ MLA ਆ। ਪਾਪਾ ਜੀ ਕੋਲ ਆਉਣ ਜਾਣ ਸੀ, ਜਿੱਦਣ ਪਾਪਾ ਜੀ ਦਾ ਭੋਗ ਸੀ ਉਦਣ ਵੀ ਆਇਆ ਸੀ, ਪਰ MLA ਬਣ ਕੇ ਵੀ ਉਹ ਜਾਂ ਅਸੀਂ ਕੀ ਕਰ ਸਕਦੇ। ਸਾਡਾ ਇੱਕ ਮਿੱਤਰ ਪੰਡੋਰੀ ਵਾਲਾ ਕੁਲਵੰਤ ਹੁੰਦਾ ਸੀ, ਇਕੱਠੇ ਫਿਰਦੇ ਰਹਿੰਦੇ ਸੀ ਅਸੀਂ, ਉਹ MLA ਬਣ ਗਏ। ਸਾਡਾ ਇੱਕ ਵਾਕਫ ਜਥੇਦਾਰ ਕਰਨੈਲ ਸਿੰਘ ਪੰਜੋਲੀ ਹੈ, ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਦਾ ਮੈਂਬਰ ਰਿਹਾ ਹੋਇਆ। ਭਗਵੰਤ ਸਿੰਘ ਸਿਆਲਕਾ ਵਾਕਫ ਆ, ਹੋਰ ਬੜੇ ਨੇ, ਕਈ ਫੈਡਰੇਸ਼ਨ ਦੇ ਵਿੱਚ ਸਾਡੇ ਯਾਰ ਦੋਸਤ ਸੀ, ਕਈ MLA ਬਣੇ ਆ, ਕਈ ਹੋਰ ਵੱਡੀਆਂ ਪੋਸਟਾਂ 'ਤੇ ਗਏ। ਉਹਨਾਂ ਨੂੰ ਦੇਖ ਕੇ ਮੇਰਾ ਮਨ ਹੋਰ ਪੱਕਾ ਹੋਇਆ ਕਿ ਇਸ ਸਿਸਟਮ ਦੇ ਵਿੱਚ ਰਹਿ ਕੇ ਅਹੁਦੇਦਾਰ ਬਣ ਕੇ ਕੱਖ ਨਹੀਂ ਜੋ ਸਕਦਾ। ਗੱਲ ਹੀ ਕਰਨੀ ਹੈ ਨਾ ਕੌਮ ਦੀ, ਤਾਂ ਇੱਦਾਂ ਵੀ ਕੀਤੀ ਜਾ ਸਕਦੀ। ਉਹ ਗੱਲ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਹੱਥ ਲੱਗ ਗਿਆ ਵਾ। ਜਿੰਨੇ ਜੋਗੇ ਹੈਗੇ ਆ, ਪੰਥ ਨੂੰ ਕੌਮ ਨੂੰ ਜਗਾਈ ਰੱਖਾਂਗੇ, ਨਾ ਆਪ ਸੌਵਾਂਗੇ ਨਾ ਸੌਣ ਦਿਆਂਗੇ। ਇਹਦੇ ਲਈ TV 84 ਅਮਰੀਕਾ ਦੇ ਵਿੱਚ ਇੱਕ ਚੈਨਲ ਆ, ਉੱਥੇ ਵੀ ਆਪਣੇ ਲਾਈਵ ਸ਼ੋਅ ਆਉਂਦੇ ਆ, ਜਿਹਦਾ ਮੈਂ ਲਿੰਕ ਅਕਸਰ ਸ਼ੇਅਰ ਕਰਦਾ ਰਹਿਣਾ। ਉਹਨਾਂ ਦੇ ਜਿਹੜੇ ਪੇਜ ਬਣਾਏ ਹੁੰਦੇ ਨੇ ਉਹ ਸਰਕਾਰ ਅਕਸਰ ਡਿਲੀਟ ਕਰ ਦਿੰਦੀ ਆ, ਬਲੌਕ ਕਰਾ ਦਿੰਦੀ ਆ ਫੇਸਬੁੱਕ ਤੋਂ, ਫਿਰ ਉਹ ਨਵਾਂ ਪੇਜ ਬਣਾ ਲੈਂਦੇ ਆ। ਉਹ ਜ਼ਰੂਰ ਦੇਖਿਆ ਕਰੋ। ਕਈ ਭੈਣ ਭਰਾ ਕਹਿੰਦੇ ਆ ਜੀ ਤੁਸੀਂ ਸ਼ਾਮ ਦੇ ਟਾਈਮ ਲਾਈਵ ਨਹੀਂ ਹੁੰਦੇ। ਇਸ ਟਾਈਮ ਹਰ ਰੋਜ਼ 8:30 ਤੋਂ 9:30 ਤੇ 7:30 ਤੋਂ 8:30 ਤੱਕ, ਮਤਲਬ 7 ਵਜੇ ਤੋਂ ਲੈ ਕੇ 9-10 ਵਜੇ ਤੱਕ TV 84 ਦੇ ਉੱਤੇ ਆਪਣਾ ਸਾਂਝਾ ਪੰਜਾਬ ਚੈਨਲ ਦੇ ਉੱਤੇ ਲਾਈਵ ਚੱਲਦਾ। ASP ਚੈਨਲ, ਆਪਣਾ ਸਾਂਝਾ ਪੰਜਾਬ ਚੈਨਲ ਤੇ TV 84। ਉਹਨਾਂ ਨੂੰ ਸ਼ਾਇਦ ਇਹ ਗੱਲ ਹੋਵੇ ਕਿ ਇਸ ਟਾਈਮ ਸੰਗਤ ਜਾਂ ਲੋਕ ਜ਼ਿਆਦਾ ਦੇਖਦੇ ਕਰਦੇ ਆ। ਇੰਡੀਆ ਦੇ ਵਿੱਚ ਇਸ ਮੌਕੇ ਪੰਜਾਬ ਵਾਲੇ ਪਾਸੇ ਸ਼ਾਮ ਹੁੰਦੀ ਆ ਅਤੇ ਲੋਕ ਸ਼ਾਇਦ ਇਸ ਟਾਈਮ ਜ਼ਿਆਦਾ ਦੇਖਦੇ ਆ। ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ 'ਚ ਇਸ ਮੌਕੇ ਉੱਥੇ ਸਵੇਰ ਹੋ ਰਹੀ ਹੁੰਦੀ ਹੋਣੀ ਆ, ਤਾਂ ਦੇਖਦੇ ਹੋਣੇ ਆ। ਪਤਾ ਨਹੀਂ ਕਾਰਨ ਕੀ ਆ, ਪਰ ਹੁਣ ਹਰ ਰੋਜ਼ ਇਹ ਟਾਈਮ ਜਿਹੜੇ ਨੇ ਉਹ ਲਾਈਵ ਚੱਲਦੇ ਆਪਣਾ ਸਾਂਝਾ ਪੰਜਾਬ ਤੇ TV 84 ਤੇ ਉਹਨਾਂ ਵਿੱਚ ਮੈਂ ਆਪਦੇ ਵੱਲੋਂ ਜੋ ਕੌਮ ਦਾ ਦਰਦ ਬਿਆਨ ਕਰਨਾ ਹੁੰਦਾ, ਜੋ ਪੰਜਾਬ ਦੇ ਪੰਥ ਦੇ ਹਾਲਾਤ ਨੇ, ਉਹਨਾਂ ਬਾਰੇ ਕੋਈ ਗੱਲ ਕਹਿਣੀ ਕਹਾਉਣੀ ਹੁੰਦੀ ਆ, ਉਹ ਸਾਰੀ ਮੈਂ ਕਹਿਣ ਦਾ ਯਤਨ ਕਰਦਾ। ਤੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਸ਼ਨੀਵਾਰ ਐਤਵਾਰ ਨੂੰ ਤਾਂ ਚਲੋ ਆਪਾਂ ਇੱਥੇ ਆਪਦੀ ਗੱਲ ਇਹਨਾਂ ਫੇਸਬੁੱਕ ਅਕਾਊਂਟ ਆ ਜਿਹੜੇ ਮੇਰੇ, ਇਹਨਾਂ 'ਤੇ ਕਰ ਲੈਂਦੇ ਆ, ਪਰ ਬਾਕੀ ਦਿਨਾਂ ਦੇ ਵਿੱਚ ਆਪਾਂ TV 84 ਤੇ ਆਪਣਾ ਸਾਂਝਾ ਪੰਜਾਬ ਚੈਨਲ ਆ ਜਿਹੜਾ, ਉਹਨਾਂ ਰਾਹੀਂ ਵਿਚਾਰਾਂ ਦੀ ਸਾਂਝ ਆ ਜਿਹੜੀ ਉਹ ਪਾਵਾਂਗੇ। ਮੈਂ ਫੇਰ ਬੇਨਤੀ ਕਰਦਾ ਕਿ ਆਪਸ ਵਿੱਚ ਹੀ ਲੜਨ ਭਿੜਨ ਦੀ ਬਜਾਏ ਇਕੱਠੇ ਜੇ ਨਹੀਂ ਹੋ ਸਕਦੇ ਕੋਈ ਗੱਲ ਨਹੀਂ, ਆਪਾਂ ਦੁਸ਼ਮਣ ਨਾਲ ਲੜੀ। ਦੂਜੀ ਗੱਲ, ਜਿਹੜਾ ਪੰਥ ਦੀ ਚੜ੍ਹਦੀ ਕਲਾ ਦਾ ਏਜੰਡਾ ਉਹਨੂੰ ਆਪਦੇ ਆਪ ਨੂੰ ਸਮਰਪਿਤ ਕਰੀਏ। ਫਲਾਨੇ ਨੂੰ ਲੀਡਰ ਬਣਾ ਲਓ, ਫਲਾਨੇ ਨੂੰ ਹਟਾ ਦਿਓ, ਫਲਾਨੀ ਪਾਰਟੀ ਜਿਤਾ ਦਿਓ, ਫਲਾਨਾ ਮੈਂਬਰ ਬਣਾ ਲਓ, ਇਹ ਗੱਲਾਂ ਦੇ ਵਿੱਚੋਂ ਇਹ ਸਿੱਧਾ ਧੋਖਾ ਵਾ। ਇਹ ਤਾਂ ਮੈਂ ਸਮਝਦਾ ਵੀ ਸਿੱਖੀ ਦੀ ਆਤਮਾ ਨੂੰ ਧੋਖਾ ਦੇਣ ਵਾਲੀ ਗੱਲ ਆ। ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਦੇਣ ਵਾਲੀ ਗੱਲ ਆ। ਜਿਹੜਾ ਬੰਦਾ ਇਹ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਬਣ ਕੇ, MLA MP ਬਣ ਕੇ ਕੌਮ ਦਾ, ਪੰਥ ਦਾ, ਪੰਜਾਬ ਦਾ ਭਲਾ ਹੋ ਸਕਦਾ, ਉਹ ਝੂਠ ਬੋਲਦਾ। ਕਿਉਂਕਿ ਇਸ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਵੀ ਪੰਥ ਅਤੇ ਪੰਜਾਬ ਦਾ ਭਲਾ ਸੋਚਣ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੋ ਸਕਦੀ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਲਈ, ਕਰਨ ਦੇ ਲਈ ਸਾਨੂੰ ਕਿਵੇਂ ਤੇ ਕੀ ਕਰਨਾ ਚਾਹੀਦਾ, ਇਹ ਵਿਚਾਰ ਚਰਚਾਵਾਂ ਆਪਾਂ ਅਕਸਰ ਕਰਦੇ ਰਹਿੰਦੇ ਹਾਂ। ਸੋ ਉਹਨਾਂ ਪ੍ਰੋਗਰਾਮਾਂ ਦੇ ਵਿੱਚ
ਜਾਂ ਇਸ ਤਰ੍ਹਾਂ ਜਿਵੇਂ ਆਪਾਂ ਅੱਜ ਗੱਲਬਾਤ ਕੀਤੀ ਆ, ਇਹਨਾਂ ਮੁੱਦਿਆਂ 'ਤੇ ਚਰਚਾ ਅੱਗੇ ਵੀ ਜਾਰੀ ਰਹੂਗੀ। ਹੁਣ ਫਤਿਹ ਅਰਜ਼ ਕਰਦਾ, ਕਈ ਵਾਰੀ ਬੋਲਦਿਆਂ ਸ਼ਬਦ ਉੱਚਾ ਨੀਵਾਂ ਬੋਲਿਆ ਜਾਂਦਾ, ਸੰਗਤ ਬਖਸ਼ਣਯੋਗ ਆ। ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।